ਜੂਨੀ ਸਹਿਭੰਗ ਗੁਰ ਪ੍ਰਸਾਦ। ਗੁਰ ਅਮਰਦਾਸ ਪਰਸੀਐ ਓਹਮ ਪਾਤਿਕ ਵਿਨਾਸੇ। ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਅਸਾਸੇ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੇ। ਗੁਰ ਅਮਰਦਾਸ ਪਰਸੀਐ ਅਭਉ ਲਭੈ ਗਉ ਚੁਕੇ। ਇਕ ਬਿਨ ਦੁਗਣ ਜੋ ਤਉ ਰਹੈ ਜਾਂ ਸੁਮੰਤਰ ਮਾਨਵੈ ਲਹੇ। ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੇ। ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੇ। ਸਤਿਗੁਰਾਂ ਦੇ ਪਾਕ ਪਵਿੱਤਰ ਇਲਾਹੀ ਚਰਨਾਂ ਵਿੱਚ ਸੁਭਾਈਮਾਨ ਹੋ ਕੇ ਮਾਲਕ ਦੇ ਚਰਨਾਂ ਦਾ ਨਿੱਘਾ ਪਿਆਰਾ ਆਨੰਦ ਮਾਣ ਰਹੇ ਗੁਰਮੁਖ ਪਿਆਰਿਓ, ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਗੁਰਬਾਣੀ ਦਾ ਇਲਾਹੀ ਕੀਰਤਨ ਆਪ ਜੀ ਨੰਨੇ ਬੱਚਿਆਂ ਪਾਸੋਂ ਸਰਵਨ ਕਰ ਰਹੇ ਸੀ। ਉਪਰੰਤ ਜਿੰਨਾ ਟਾਈਮ ਮਾਲਕ ਜੀ ਨੇ ਆਪਣੇ ਪਾਵਨ ਚਰਨਾਂ ਵਿੱਚ ਗੁਜ਼ਾਰਨ ਲਈ ਬਖਸ਼ਿਸ਼ ਕੀਤਾ ਹੈ, ਉਸ ਟਾਈਮ ਨੂੰ ਸਫਲ ਬਣਾਉਣ ਦੇ ਲਈ ਆਪ ਜੀ ਗੁਰੂ ਚਰਨਾਂ ਦਾ ਆਨੰਦ ਮਾਣ ਰਹੇ ਹੋ। ਆਓ ਸਭ ਤੋਂ ਪਹਿਲਾਂ ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰ ਚਿੱਤ ਕਰਦੇ ਹੋਏ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਫਤਿਹ ਨਾਲ ਸਾਂਝ ਪਾ ਕੇ ਆਪਣੀ ਹਾਜ਼ਰੀ ਲਵਾਈਏ ਜੀ। ਸਤਿਕਾਰ ਪਿਆਰ ਸ਼ਰਧਾ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜਾਲਪ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਵਈਆ ਜਿਹੜਾ ਆਪ ਜੀ ਨੇ ਸਰਵਨ ਕੀਤਾ ਹੈ, ਔਰ ਭੱਟ ਜਾਲਪ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦੇ ਵਿੱਚੋਂ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਅਸੀਮ ਤੇ ਬੇਅੰਤ ਸ਼ਕਤੀ ਬੇਅੰਤ ਪਾਵਰ ਨੂੰ ਦੇਖਦਿਆਂ ਉਹਨਾਂ ਨੇ ਦੁਨੀਆ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ, ਕਿਉਂਕਿ ਸਿੱਖੀ ਲਹਿਰ ਦਾ ਮਤਲਬ ਹੀ ਇਹ ਹੈ ਅਸੀਂ ਆਪਣੇ ਗੁਰੂ ਦੇ ਵਿੱਚੋਂ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੂੰ ਦੇਖ ਕੇ ਤੇ ਗੁਰੂ ਦੇ ਦਰਸਾਏ ਹੋਏ ਮਾਰਗ ਉੱਤੇ ਤੁਰ ਕੇ ਆਪਣੇ ਜੀਵਨ ਨੂੰ ਵਧੀਆ ਬਣਾਉਣਾ ਹੈ। ਭੱਟ ਜਾਲਪ ਜੀ ਨੇ ਜਦੋਂ ਗੁਰੂ ਦੀ ਗੱਲ ਕੀਤੀ, ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕੀਤੀ, ਤਾਂ ਇੱਕ ਵਿਚਾਰ ਮਨ ਵਿੱਚ ਪੈਦਾ ਹੋਇਆ ਵੀ ਵੇਖੋ ਪਿਆਰ ਕਿੰਨਾ ਉਹਨਾਂ ਨੇ ਦਰਸਾਇਆ, ਗੁਰੂ ਦੇ ਪ੍ਰਤੀ ਭਾਵਨਾ ਕਿੰਨੀ ਉਹਨਾਂ ਦੇ ਮਨ ਵਿੱਚ ਹੈ, ਪਿਆਰ ਗੁਰੂ ਦੇ ਪ੍ਰਤੀ ਕਿੰਨਾ ਉਹਨਾਂ ਦੇ ਮਨ ਵਿੱਚ ਹੈ ਕਿ ਉਹ ਇਤੋਂ ਤੱਕ ਅਖੀਰਲੀ ਪੰਕਤੀ ਵਿੱਚ ਕਹਿ ਦਿੰਦੇ ਨੇ ਵੀ ਜਾਲਪਾ ਪਦਾਰਥ ਇਤੜੇ। ਇਤੜੇ ਦਾ ਮਤਲਬ ਹੈ ਇੰਨੇ। ਇਹ ਜਿਹੜੇ ਕਹਿੰਦੇ ਮੈਂ ਬਿਆਨ ਕਰਕੇ ਆਇਆ ਨਾ ਉੱਪਰ, ਜੋ ਕਹਿੰਦੇ ਮੈਂ ਬਿਆਨ ਕੀਤਾ ਹੈ, ਇਹ ਜਿੰਨੇ ਵੀ ਕਹਿੰਦੇ ਨੇ ਪਦਾਰਥ ਨੇ, ਇਹ ਜਾਲਪ ਇਹ ਸਾਰੇ ਪਦਾਰਥ ਗੁਰੂ ਦੇ ਦਰਸ਼ਨ ਕਰਨ ਨਾਲ ਪ੍ਰਾਪਤ ਹੋ ਜਾਂਦੇ ਨੇ। ਮਤਲਬ ਕਿ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਪਰਸਿਆ ਜਾਵੇ ਤੇ ਜਿਨ੍ਹਾਂ ਪਦਾਰਥਾਂ ਦੇ ਵਾਸਤੇ ਦੁਨੀਆ ਧੱਕੇ ਖਾਂਦੀ ਫਿਰਦੀ ਹੈ, ਉਹ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਪਰਸ ਲਓ ਤੇ ਸਭ ਕੁਝ ਮਿਲ ਜਾਂਦਾ ਹੈ। ਪਹਿਲੀ ਪੰਕਤੀ ਦੀ ਵਿਚਾਰ ਤੁਹਾਡੇ ਸਨਮੁਖ ਰੱਖ ਕੇ ਗੁਰਬਾਣੀ ਵਿੱਚੋਂ ਇਹ ਸਮਝਣ ਦਾ ਯਤਨ ਕਰਨਾ ਹੈ ਗੁਰੂ ਕਿਹਨੂੰ ਆਖਿਆ ਗਿਆ ਪਾਵਨ ਬਾਣੀ ਦੇ ਵਿੱਚ।
ਬਾਬਾ ਜਾਲਪ ਜੀ ਨੇ ਪਹਿਲੀ ਪੰਕਤੀ ਲਿਖੀ, ਕਹਿੰਦੇ ਨੇ ਗੁਰ ਅਮਰਦਾਸ ਪਰਸੀਐ। ਕਹਿੰਦੇ ਆਓ ਪਿਆਰਿਓ, ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨਾਂ ਨੂੰ ਪਰਸੀਏ। ਪਰਸੀਏ ਦਾ ਮਤਲਬ ਹੈ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨ ਫੜ ਲਈਏ। ਗੁਰੂ ਦੇ ਚਰਨਾਂ ਦਾ ਮਤਲਬ ਗੁਰਬਾਣੀ ਵਿੱਚ ਕੀਤਾ ਗਿਆ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ। ਗੁਰੂ ਦੇ ਚਰਨ ਮਤਲਬ ਗੁਰੂ ਦੀ ਵਿਚਾਰਧਾਰਾ, ਜਿਹਦੇ ਵਹਿਣ ਵਿੱਚ ਬਹਿ ਕੇ ਅਸੀਂ ਆਪਣਾ ਜੀਵਨ ਵਧੀਆ ਬਣਾਉਣਾ। ਕਹਿੰਦੇ ਗੁਰੂ ਅਮਰਦਾਸ ਪਰਸੀਐ ਪੋਹਮ ਪਾਤਿਕ ਬਨਾਸੇ। ਇਹਦਾ ਮਤਲਬ ਹੈ ਹੇ ਭਾਈ ਆਓ ਗੁਰੂ ਅਮਰਦਾਸ ਮਹਾਰਾਜ ਦੇ ਸਿੱਖ ਬਣ ਜਾਈਏ, ਗੁਰੂ ਅਮਰਦਾਸ ਮਹਾਰਾਜ ਦੀ ਗੱਲ ਨੂੰ ਮੰਨੀਏ, ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਦੇ ਉੱਤੇ ਪਹਿਰਾ ਦਈਏ, ਜੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਉਹਦੇ ਮੁਤਾਬਕ ਜੀਵਨ ਢਾਲੀਏ। ਇਦਾਂ ਕੀ ਹੋਵੇਗਾ, ਧਰਤੀ ਦੇ ਸਾਰੇ ਪਾਪ ਖਤਮ ਹੋ ਜਾਣਗੇ। ਪੋਮ ਪਾਤਿਕ ਬਿਨਾਸੇ, ਧਰਤੀ ਦੇ ਸਾਰੇ ਪਾਪ ਖਤਮ ਹੋ ਜਾਣਗੇ। ਮਤਲਬ ਅਸੀਂ ਜਿਹੜੇ ਲੋਕ ਧਰਤੀ ਤੇ ਰਹਿਣ ਵਾਲੇ ਆ, ਜਿਹੜੇ ਪਾਪ ਕਰਦੇ ਆ, ਜਿਹੜੇ ਸਾਡੇ ਵਿੱਚ ਔਗਣ ਨੇ, ਜਿਹੜੀਆਂ ਸਾਡੇ 'ਚ ਬੁਰਾਈਆਂ ਨੇ, ਜਿਹੜੀਆਂ ਸਾਡੇ ਵਿੱਚ ਖਾਮੀਆਂ ਨੇ, ਜਿਹੜੀਆਂ ਸਾਡੇ ਵਿੱਚ ਘਾਟਾਂ ਨੇ, ਜੋ ਸਾਡੇ ਜੀਵਨ ਵਿੱਚ ਪ੍ਰੋਬਲਮਾਂ ਨੇ, ਉਹ ਕਹਿੰਦੇ ਸਾਰੀਆਂ ਖਤਮ ਹੋ ਜਾਣਗੀਆਂ, ਲੱਥ ਜਾਣਗੀਆਂ, ਦੂਰ ਹੋ ਜਾਣਗੀਆਂ ਜੇ ਅਸੀਂ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨਾਂ ਨੂੰ ਘੁੱਟ ਕੇ ਫੜ ਲਈਏ। ਜਿਹੜਾ ਪਾਪ ਸ਼ਬਦ ਹੈ ਨਾ, ਪੋਮ ਪਾਤਿਕ, ਪਾਪ ਸ਼ਬਦ, ਪਾਪੀ ਕਹਿੰਦੇ ਗੁਰਬਾਣੀ ਵਿੱਚ ਸ਼ਬਦ ਵਰਤਿਆ, ਕਹਿੰਦੇ ਜਿਹੜਾ ਪਾਪੀ ਬੰਦਾ ਹੈ ਜਦੋਂ ਪਾਪ ਕਰਦਾ ਹੈ ਉਹਨੂੰ ਪਾਪ ਮਿੱਠੇ ਲੱਗਦੇ ਨੇ। ਸ਼ਬਦ ਆਇਆ ਮਾਲਕ ਦੀ ਪਾਵਨ ਬਾਣੀ 'ਚ। ਤੇ ਪਾਪ ਕਰਨ ਵਾਸਤੇ ਇਨਸਾਨ ਸ਼ੇਰ ਬਣ ਜਾਂਦਾ ਹੈ। ਤੇ ਗੁਰੂ ਨੇ ਕਿਹਾ ਕਿ ਜੇਕਰ ਕਿਤੇ ਚੰਗਾ ਕੰਮ ਕਰਨਾ ਹੋਵੇ ਤੇ ਮਨੁੱਖ ਗਿੱਦੜ ਬਣ ਜਾਂਦਾ ਹੈ। ਗਿੱਦੜ ਦੇ ਵਿੱਚ ਸਭ ਤੋਂ ਜ਼ਿਆਦਾ ਆਲਸ ਪਾਇਆ ਗਿਆ ਹੈ। ਕਹਿੰਦੇ ਗਿੱਦੜ ਬਣ ਜਾਂਦਾ ਹੈ ਬੰਦਾ ਉਦੋਂ ਜਦੋਂ ਉਹਨੂੰ ਕਹੀਏ ਵੀ ਕੋਈ ਚੰਗਾ ਕੰਮ ਕਰ ਲੈ, ਤੇ ਚੰਗਾ ਕੰਮ ਬੰਦੇ ਕੋਲ ਹੁੰਦਾ ਹੀ ਨਹੀਂ ਹੈ, ਇਨਸਾਨ ਕਰਨਾ ਹੀ ਨਹੀਂ ਚਾਹੁੰਦਾ। ਤੇ ਬੁਰਾ ਕੰਮ ਬੰਦੇ ਨੂੰ ਭਾਵੇਂ ਨਾ ਵੀ ਕਹੋ, ਇਨਸਾਨ ਤਦ ਵੀ ਦੌੜ ਦੌੜ ਕੇ ਕਰਦਾ ਹੈ। ਬਾਪੂ ਨੇ ਸ਼ਬਦ ਵਰਤਿਆ, ਕਹਿੰਦੇ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਚੰਗੇ ਕੰਮ ਕਰਨੇ ਹੋਣ ਤਾਂ ਬੰਦਾ ਆਲਸੀ ਹੋ ਜਾਂਦਾ ਹੈ, ਮਾੜੇ ਕੰਮ ਕਰਨੇ ਹੋਣ ਤਾਂ ਬੰਦਾ ਕਹਿੰਦਾ ਮੈਂ ਤਾਂ ਸ਼ੇਰ ਹਾਂ ਵੀ ਤਗੜਾ ਮੈਂ ਅਜੇ, ਮੈਂ ਮਾੜੇ ਕੰਮ ਜਿੰਨੇ ਮਰਜ਼ੀ ਬੰਦੇ ਕੋ ਕਰਾਓ, ਚੰਗੇ ਕੰਮ ਕਰਨ ਨੂੰ ਬੰਦਾ ਤਿਆਰ ਨਹੀਂ ਹੁੰਦਾ। ਫਿਰ ਬਾਪੂ ਨੇ ਸ਼ਬਦ ਵਰਤਿਆ ਪਾਪ। ਜਦੋਂ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ, ਸ਼ਬਦ ਆਉਂਦੇ ਨੇ ਸ਼ਲੋਕ ਵਾਰਾਂ ਤੇ ਵਧੀਕ ਦੇ ਵਿੱਚ, ਰੱਤੇ ਸਹੀ ਜੇ ਮੁਖੜਾ ਮੋੜਨ ਜਿਨੀ ਸੰਜਾਤਾ ਸਾਈ, ਝੜ ਝੜ ਪਾਉਂਦੇ ਕੱਚੇ ਬਿਰੀ ਜਿੰਨਾ ਕਾਰਣਾ ਆਈ। ਉਹਦੇ ਵਿੱਚ ਉਸੇ ਸ਼ਬਦ ਦੇ ਅੱਗੇ ਜਾ ਕੇ ਇੱਕ ਸ਼ਲੋਕ ਆਉਂਦਾ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਕਹਿੰਦੇ ਪਾਪੀਆਂ ਨੇ ਜਿਹੜੇ ਕੰਮ ਕੀਤੇ ਨੇ, ਜੋ ਕੰਮ ਕਰਦੇ ਨੇ, ਉਹਨਾਂ ਕੰਮਾਂ ਦੇ ਫਲ ਸਰੂਪ ਜੋ ਉਹਨਾਂ ਨੂੰ ਭੋਗਣਾ ਪੈਂਦਾ ਹੈ, ਫਿਰ ਬੰਦਾ ਹਾਏ ਹਾਏ ਕਰਦਾ ਹੈ, ਫਿਰ ਬੰਦਾ ਰੋਂਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਾਵਨ ਬਾਣੀ ਦੇ ਵਿੱਚ ਇਹ ਗੱਲ ਕਹੀ ਗਈ ਹੈ, ਇਨਸਾਨ ਜੋ ਕਰੇਗਾ ਸੋ ਭਰੇਗਾ। ਜੋ ਬੰਦਾ ਕਰਦਾ ਹੈ ਉਹੀ ਬੰਦੇ ਦੇ ਸਾਹਮਣੇ ਆਉਂਦਾ ਹੈ। ਕਿਉਂਕਿ ਜੋ ਸਾਡੇ ਕੰਮ ਹੁੰਦੇ ਨੇ, ਜੋ ਸਾਡਾ ਸੁਭਾਅ ਹੁੰਦਾ ਹੈ, ਜੋ ਸਾਡੇ ਵਿਚਾਰ ਹੁੰਦੇ ਨੇ, ਇਹ ਟਾਈਮ ਪਾ ਕੇ ਸਾਡੇ ਸੰਸਕਾਰ ਬਣ ਜਾਂਦੇ ਨੇ, ਫਿਰ ਸਾਡੇ ਸੁਭਾਅ ਵਿੱਚ ਆ ਜਾਂਦੇ ਨੇ। ਤੇ ਜੋ ਅਸੀਂ ਕਰਦੇ ਆ ਉਹਦੇ ਮੁਤਾਬਕ ਸਾਨੂੰ ਆਟੋਮੈਟਿਕਲੀ ਭੋਗਣਾ ਪੈਂਦਾ ਹੈ। ਪਰ ਆਹ ਗੱਲ ਬਿਲਕੁਲ ਝੂਠ ਹੈ ਜਿਹੜੀ ਇਹ ਪ੍ਰਚਲਿਤ ਕੀਤੀ ਹੈ ਵੀ ਮਾਂ-ਬਾਪ ਦਾ ਕੀਤਾ ਹੋਇਆ ਬੱਚਿਆਂ ਦੇ ਸਾਹਮਣੇ ਆਉਂਦਾ ਹੈ, ਜਾਂ ਬੱਚਿਆਂ ਦਾ ਕੀਤਾ ਹੋਇਆ ਮਾਂ-ਬਾਪ ਦੇ ਸਾਹਮਣੇ ਆਉਂਦਾ ਹੈ। ਇਦਾਂ ਕਦੇ ਨਹੀਂ ਹੁੰਦਾ। ਬਾਪੂ ਨੇ ਕਿਹਾ, ਕਹਿੰਦੇ ਜੇ ਸੱਜੇ ਹੱਥ ਨੇ ਪਾਪ ਕੀਤਾ ਤੇ ਖੱਬੇ ਨੂੰ ਥੋੜੀ ਸਜ਼ਾ ਮਿਲਣੀ, ਜੇ ਖੱਬੇ ਨੇ ਕੀਤਾ ਤੇ ਸੱਜੇ ਦਾ ਕੋਈ ਕਸੂਰ ਨਹੀਂ। ਜੇ ਮੈਂ ਪਾਪ ਕੀਤੇ ਨੇ ਤੇ ਮੈਨੂੰ ਸਜ਼ਾ ਮਿਲਣੀ ਹੈ। ਇਸਲਾਮ ਧਰਮ ਵਿੱਚ ਕਿਹਾ ਗਿਆ ਵੀ ਕੋਈ ਨਹੀਂ, ਜੇ ਤੇਰੇ ਕੋਲ ਪਾਪ ਹੋ ਵੀ ਗਏ ਨਾ ਤੇ ਉਹਦੀ ਸਜ਼ਾ ਨਾਲ ਗਵਾਂਢੀਆਂ ਨੂੰ ਵੀ ਮਿਲੇਗੀ। ਇਥੋਂ ਤੱਕ ਵੀ ਕਿਹਾ ਗਿਆ ਵੀ ਤੂੰ ਪਾਪ ਕਰਦਾ ਹੈ ਤੇ ਤੇਰੇ ਪਾਪਾਂ ਦਾ ਹਿਸਾਬ ਕਿਤਾਬ ਗਵਾਂਢੀਆਂ ਦੇ ਕੋਲੋਂ ਵੀ ਲੈਣਾ ਪਵੇਗਾ। ਪਰ ਪਾਵਨ ਬਾਣੀ 'ਚ ਆਖਿਆ ਕਿ ਜੋ ਤੂੰ ਕਰੇਗਾ ਉਹ ਤੂੰ ਭਰਨਾ ਹੈ। ਜੇ ਮਾੜੇ ਕੰਮ ਤੂੰ ਕੀਤੇ ਨੇ ਤੇ ਉਹਦਾ ਖਮਿਆਜਾ ਤੈਨੂੰ ਭੁਗਤਣਾ ਪੈਣਾ। ਇਹ ਨਹੀਂ ਵੀ ਮਾੜੇ ਕੰਮ ਤੂੰ ਕਰੇ ਤੇ ਮਾਂ-ਬਾਪ ਵਿਚਾਰੇ ਨੂੰ ਸੰਗਲ ਪਾ ਲੈ ਜਾਣ। ਨਹੀਂ, ਦੁਨਿਆਵੀ ਤੌਰ ਤੇ ਐਸਾ ਹੋ ਸਕਦਾ ਹੈ, ਸੰਸਾਰਿਕ ਤੌਰ ਤੇ ਐਸਾ ਹੋ ਸਕਦਾ ਹੈ ਵੀ ਬੱਚਾ ਪਾਪ ਕਰੇ, ਬੱਚਾ ਚੋਰੀ ਕਰੇ, ਡਾਕਾ ਮਾਰੇ, ਕੋਈ ਭੈੜੇ ਤੋਂ ਭੈੜਾ ਮਾੜਾ ਕੰਮ ਕਰੇ ਤੇ ਉਹਦੇ ਬਾਪ ਨੂੰ ਉਹਦੀ ਜਗ੍ਹਾ ਤੇ ਲੈ ਜਾਂਦੇ ਨੇ। ਧੀ ਮਾੜਾ ਕੰਮ ਕਰੇ ਤੇ ਬਾਪ ਨਹੀਂ ਤੇ ਮਾਂ ਨੂੰ ਲੈ ਜਾਂਦੇ ਨੇ ਥਾਣੇ ਵੀ ਚਲੋ ਤੁਹਾਨੂੰ ਜੇਲ੍ਹ 'ਚ ਕਰਨਾ ਹੈ। ਐਸਾ ਹੋ ਸਕਦਾ ਹੈ ਦੁਨਿਆਵੀ ਤੌਰ ਤੇ, ਪਰ ਧਰਮ ਦੀ ਦੁਨੀਆ ਬਿਲਕੁਲ ਵੱਖਰੀ ਹੈ। ਧਰਮ ਦੀ ਦੁਨੀਆ ਦੇ ਵਿੱਚ ਬਾਪੂ ਨੇ ਕਿਹਾ, ਕਹਿੰਦੇ ਨੇ ਇਸ ਕਰਕੇ ਮਾਲਕ ਨੇ ਕਿਹਾ ਤੂੰ ਸੋਚ ਸਮਝ ਵਿਚਾਰ, ਮੂਰਖ ਬੰਦਿਆ ਪਾਪ ਨਾ ਕਰ। ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਸ਼ਬਦ ਵਰਤਿਆ। ਉੱਥੇ ਮਾਲਕ ਨੇ ਕਿਹਾ, ਕਹਿੰਦੇ ਨੇ ਹੈ ਹੇ ਮੇਰੇ ਮਨ
ਐ ਮੂਰਖ ਇਨਸਾਨ ਪਾਪ ਤੋਂ ਡਰ ਰੇ, ਜਿੰਨਾ ਹੋ ਸਕਦਾ ਹੈ ਪਾਪ ਨਾ ਕਰ। ਤੇ ਪਾਪ ਦਾ ਮਤਲਬ ਕੀ ਹੁੰਦਾ ਹੈ? ਕਿਸੇ ਨੂੰ ਦਰਦ ਦੇਣਾ, ਕਿਸੇ ਨੂੰ ਚੋਟ ਮਾਰਨੀ, ਕਿਸੇ ਨੂੰ ਸੱਟ ਲਾਉਣੀ, ਉਹਨੂੰ ਕਹਿੰਦੇ ਨੇ ਪਾਪ। ਇਹ ਪਾਪ ਨਹੀਂ ਮੰਨੇ ਗਏ ਗੁਰਮਤਿ ਵਿੱਚ ਵੀ ਪੈਰ ਤਲੇ ਕੀੜੀ ਆ ਕੇ ਮਰ ਗਈ ਤੇ ਪਾਪ ਲੱਗ ਗਿਆ ਮੈਨੂੰ। ਕਿਸੇ ਜਾਨਵਰ ਦੇ, ਸਾਡੇ ਕੋਲੋਂ ਕਿਸੇ ਜਾਨਵਰ ਦੀ ਹੱਤਿਆ ਹੋ ਗਈ ਤੇ ਪਾਪ ਲੱਗ ਗਿਆ ਇਨਸਾਨ ਨੂੰ। ਗੁਰਮਤਿ ਵਿੱਚ ਜਿਹੜੇ ਪਾਪ ਮੰਨੇ ਗਏ, ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਹੋਏ ਨੇ, ਸਿੱਖ ਕੌਮ ਦੇ ਬੜੇ ਮਹਾਨ ਰਾਈਟਰ ਹੋਏ। ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਗੁਰਮਤਿ ਵਿੱਚ ਕਿਹੜੇ ਕਿਹੜੇ ਪਾਪ ਮੰਨੇ ਗਏ। ਪਹਿਲਾ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਕਰਤਾਰ ਤੋਂ ਬੇਮੁਖਤਾ। ਇਹਦਾ ਮਤਲਬ ਹੈ ਵਾਹਿਗੁਰੂ ਵੱਲੋਂ ਮੂੰਹ ਮੋੜ ਲੈਣਾ, ਪਰਮਾਤਮਾ ਵੱਲ ਮੂੰਹ ਨਾ ਕਰਨਾ। ਇਹ ਮੰਨਣਾ ਹੀ ਨਾ ਵੀ ਰੱਬ ਹੈ ਕੋਈ, ਇਹ ਮੰਨਣਾ ਹੀ ਨਾ ਵੀ ਪਰਮਾਤਮਾ ਦੇ ਨਾਮ ਦੀ ਕੋਈ ਸ਼ਕਤੀ, ਕੋਈ ਤਾਕਤ ਹੈ, ਪਹਿਲਾ। ਫਿਰ ਦੂਜਾ ਕਿਹੜਾ? ਮਿਹਨਤ ਨਾ ਕਰਨੀ, ਵਿਹਲੜ ਬਹਿ ਜਾਣਾ, ਆਲਸੀ ਹੋ ਜਾਣਾ, ਮਿਹਨਤ ਮੁਸ਼ੱਕਤ ਨਾ ਕਰਨੀ, ਕਹਿੰਦੇ ਦੂਜਾ ਪਾਪ ਗੁਰਮਤਿ ਦੇ ਵਿੱਚ। ਸਭ ਤੋਂ ਵੱਡੀ ਗੱਲ ਬਾਪੂ ਨੇ ਕਿਹਾ, ਕਹਿੰਦੇ ਉਦਮ ਕਰਿੰਦੇ ਆ ਜੀਓ ਤੂੰ ਕਮਾਵਦੇ ਆ ਸੁਖ ਪੁੰਜ। ਉਦਮੀ ਹੋਣਾ ਚਾਹੀਦਾ ਬੰਦਾ। ਧਾਰਮਿਕ ਤੌਰ ਤੇ ਵੀ ਉਦਮ ਲਾਜ਼ਮੀ ਹੈ। ਉਦਮ ਕੀਤਾ ਤੇ ਅਸੀਂ ਗੁਰਦੁਆਰੇ ਆਏ ਆ, ਜੇ ਉਦਮ ਨਾ ਕਰਦੇ ਤੇ ਭਾਵੇਂ ਘਰੇ ਬੈਠੇ ਰਹਿੰਦੇ। ਉਦਮ ਕਰਦੇ ਤੇ ਸੇਵਾ ਹੁੰਦੀ ਹੈ, ਨਹੀਂ ਤੇ ਨਹੀਂ। ਉਦਮ ਕਰਾਂਗੇ ਤੇ ਬਾਣੀ ਪੜ੍ਹੀ ਜਾਣੀ, ਨਹੀਂ ਤੇ ਨਹੀਂ। ਉਦਮ ਕਰਾਂਗੇ ਤੇ ਚੰਗੇ ਕੰਮ ਹੋਣੇ ਨੇ, ਨਾ ਕਰੋਗੇ ਉਦਮ ਤੇ ਭਾਵੇਂ ਉਦਾਂ ਬੈਠੇ ਰਹੋ। ਤੇ ਤੀਜੀ ਉਹਨਾਂ ਨੇ ਗੱਲ ਕੀਤੀ, ਕਹਿੰਦੇ ਤੀਜਾ ਪਾਪ ਹੈ ਕਿਸੇ ਦਾ ਦਿਲ ਦੁਖਾਉਣਾ। ਇਹ ਗੁਰਬਾਣੀ 'ਚ ਜ਼ਿਕਰ ਕੀਤਾ ਗਿਆ, ਕਿਸੇ ਦਾ ਦਿਲ ਦੁਖਾਉਣਾ। ਬਾਬਾ ਫਰੀਦ ਸਾਹਿਬ ਨੇ ਵੀ ਜ਼ਿਕਰ ਕੀਤਾ, ਕਹਿੰਦੇ ਨੇ ਇਹ ਬੰਦੇ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦਾ ਹੈ, ਰੱਬ ਨੂੰ ਪਾਉਣਾ ਚਾਹੁੰਦਾ ਹੈ, ਤੇ ਕਹਿੰਦੇ ਮੇਰੀ ਇੱਕ ਗੱਲ ਮੰਨ ਲੈ, ਹਿਆਓ ਨਾ ਕਹਿ ਠਾ, ਕਿਸੇ ਦਾ ਦਿਲ ਨਾ ਢਾ, ਕਿਸੇ ਦੇ ਦਿਲ ਦੇ ਉੱਤੇ ਸੱਟ ਨਾ ਮਾਰ, ਕਿਸੇ ਨੂੰ ਦਰਦ ਨਾ ਦੇ, ਕਿਸੇ ਨੂੰ ਤਕਲੀਫ ਨਾ ਦੇ, ਕਿਸੇ ਨੂੰ ਦੁੱਖ ਨਾ ਦੇ। ਤੂੰ ਇਹੋ ਜਿਹਾ ਕੰਮ ਨਾ ਕਰ ਵੀ ਕਿਸੇ ਤੇਰੇ ਕੰਮਾਂ ਤੋਂ ਕਿਸੇ ਦਾ ਦਿਲ ਦੁਖੀ ਹੋਵੇ। ਇਹੋ ਜਿਹੇ ਬੋਲ ਨਾ ਬੋਲ, ਤੇਰੀਆਂ ਬੋਲਾਂ ਤੋਂ ਕਿਸੇ ਦਾ ਦਿਲ ਦੁਖੀ ਹੋਵੇ। ਇਹੋ ਜਿਹੀ ਤੱਕਣੀ ਨਾ ਤੱਕ ਜਿਹਦੇ ਤੋਂ ਕਿਸੇ ਦਾ ਦਿਲ ਦੁਖੀ ਹੋਵੇ। ਮਤਲਬ ਉਹ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਤੋਂ ਕਿਸੇ ਦੇ ਦਿਲ ਨੂੰ ਚੋਟ ਵੱਜੇ। ਹਿਆਓ ਨਾ ਕਹਿ ਠਾ, ਮਾਨਕ ਸਭ ਅਮੋਲਵੇਂ। ਸਾਰਿਆਂ ਦੇ ਜਿਹੜੇ ਦਿਲ ਨੇ ਉਹ ਰਤਨ ਨੇ, ਬੜੇ ਕੀਮਤੀ ਨੇ, ਬੇਸ਼ਕੀਮਤੀ ਨੇ, ਤੇ ਉਹਨਾਂ ਦਿਲਾਂ ਵਿੱਚ ਵਸਦਾ ਹੈ ਦਿਲਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ। ਹਿਆਓ ਨਾ ਕਹਿ ਠਾ, ਮਾਨਕ ਸਭ ਅਮੋਲਵੇਂ। ਜੇ ਤਉ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ। ਕਹਿੰਦੇ ਜੇ ਤੂੰ ਵਾਹਿਗੁਰੂ ਨੂੰ ਪਾਉਣਾ ਚਾਹੁੰਦਾ ਹੈ, ਮਿਲਣਾ ਚਾਹੁੰਦਾ ਹੈ, ਤੇ ਕਹਿੰਦੇ ਮੇਰੀ ਇੱਕ ਗੱਲ ਮੰਨ ਲੈ, ਕਿਸੇ ਦਾ ਦਿਲ ਨਾ ਢਾ, ਕਿਸੇ ਦੇ ਦਿਲ ਨੂੰ ਦਰਦ ਨਾ ਦੇ। ਸਤਿਗੁਰੂ ਨੇ ਕਿਹਾ ਕਿ ਕਿਸੇ ਇਨਸਾਨ ਨੂੰ ਤਕਲੀਫ ਨਹੀਂ ਦੇਣੀ ਚਾਹੀਦੀ। ਇਹਦੇ ਤੋਂ ਵੱਡਾ ਕਿਹੜਾ ਪਾਪ? ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆਂ ਤਿਉ ਮਥੇ ਧਰਮ ਰਾਏ। ਵਾਹਿਗੁਰੂ ਦਾ ਬਣਾਇਆ ਹੋਇਆ ਜਿਹੜਾ ਧਰਮ ਰਾਏ ਅਸੂਲ ਹੈ, ਜਿਹੜਾ ਵਾਹਿਗੁਰੂ ਦਾ ਬਣਾਇਆ ਹੋਇਆ ਨਿਯਮ ਹੈ, ਕਹਿੰਦੇ ਨਿਯਮ ਬੰਦੇ ਨੂੰ ਨਹੀਂ ਛੱਡਦਾ। ਜਿਹੜਾ ਕਾਨੂੰਨ ਪਰਮਾਤਮਾ ਨੇ ਸਾਜ ਦਿੱਤਾ ਨਾ, ਕਾਨੂੰਨ ਨੇ ਕਿਸੇ ਨੂੰ ਬਖਸ਼ਣਾ ਥੋੜੀ। ਦੁਨਿਆਵੀ ਕਾਨੂੰਨ ਤਾਂ ਬਖਸ਼ ਸਕਦਾ ਹੈ ਵੀ ਕਿਸੇ ਨੇ ਕਿਸੇ ਦਾ ਕਤਲ ਕਰ ਦਿੱਤਾ ਤੇ ਜਿਹਦੇ ਕੋਲ 4 ਪੈਸੇ ਨੇ ਉਹ ਬਚ ਸਕਦਾ ਹੈ, ਤੇ ਜਿਹਨੇ ਪਾਪ ਕੀਤੇ ਹੈ, ਮਾੜੇ ਕੰਮ ਕੀਤੇ ਨੇ, ਹੋ ਸਕਦਾ ਘਰ ਬੈਠਾ ਹੋਵੇ, ਤੇ ਜਿਹੜਾ ਬੇਕਸੂਰ ਬੰਦਾ ਹੈ ਉਹਨੂੰ ਫੜ ਕੇ ਜੇਲ੍ਹਾਂ ਵਿੱਚ ਤੁਸੀਂ ਡੱਕ ਦਿਓ, ਪੂਰੀ ਪੂਰੀ ਜ਼ਿੰਦਗੀ ਭਾਵੇਂ ਗਾਲ ਦਿਓ। ਐਸਾ ਹੁਣ ਵੀ ਹੋ ਰਿਹਾ ਨਾ, ਹੁਣ ਵੀ ਇਹੀ ਸਿਸਟਮ ਇੰਡੀਆ ਵਿੱਚ ਚੱਲ ਰਿਹਾ ਹੈ ਕਿ ਜਿਨ੍ਹਾਂ ਨੇ ਤਾਂ ਕੁਕਰਮ ਕੀਤੇ ਨੇ, ਪਾਪ ਕੀਤੇ ਨੇ, ਕਾਤਲ ਨੇ, ਹਥਿਆਰੇ ਨੇ। 1984 ਦੇ ਵਿੱਚ ਫੌਜਾਂ ਨੇ ਕੀ ਕੁਛ ਕੀਤਾ ਸੀ ਹਰਮੰਦਰ ਸਾਹਿਬ ਦੀ ਪਾਕ ਧਰਤੀ ਤੇ ਜਾ ਕੇ। ਦੇਖੋ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਇੱਕ ਬਚਨ ਮੈਂ ਜਦੋਂ ਵੀ ਪੜ੍ਹਦਾ ਮੇਰੀਆਂ ਅੱਖਾਂ ਦੇ ਸਾਹਮਣੇ ਇਹ ਗੱਲ ਆ ਜਾਂਦੀ, ਵਾਕਈ ਉਹ ਜੱਗ ਦੀ ਜ਼ਮੀਰ ਵਾਲੇ ਬੰਦੇ ਸਨ। ਸਾਡੀ ਕੌਮ ਦੇ ਵਿੱਚ ਅੱਜ ਜੇਕਰ ਕਿਤੇ ਘਾਟ ਹੈ ਤੇ ਇੱਕ ਵਧੀਆ ਲੀਡਰਸ਼ਿਪ ਦੀ ਘਾਟ ਹੈ, ਇੱਕ ਵਧੀਆ ਆਗੂ ਦੀ ਘਾਟ ਹੈ। ਸਾਡੇ ਕੋਲ ਆਗੂ ਬਹੁਤ ਨੇ ਪਰ ਜੀਵਨ ਵਾਲੇ ਨਹੀਂ ਹੈ। ਅੰਦਰੋਂ ਹੋਰ ਨੇ ਤੇ ਬਾਹਰੋਂ ਹੋਰ ਨੇ। ਆਪਣੀ ਗੱਲ ਉੱਤੇ ਸਟੈਂਡ ਨਹੀਂ ਰੱਖਦੇ, ਆਪਣੀ ਗੱਲ ਉੱਤੇ ਖੜਦੇ ਨਹੀਂ, ਮੁੱਕਰ ਜਾਂਦੇ ਨੇ। ਉਹਨਾਂ ਨੇ ਕਿਹਾ ਸੀ, ਕਹਿੰਦੇ ਨੇ ਮੈਂ ਮੌਤ ਕਿਹਨੂੰ ਸਮਝਦਾ ਹਾਂ, ਇਹਨੂੰ ਨਹੀਂ ਸਮਝਦਾ ਵੀ ਇਨਸਾਨ ਦਾ ਸਰੀਰ ਖਤਮ ਹੋ ਜਾਵੇ ਤੇ ਇਹ ਮੌਤ ਹੁੰਦੀ ਹੈ। ਉਹ ਕਹਿੰਦੇ ਮੇਰੀ ਨਿਗਾਹ ਦੇ ਵਿੱਚ ਮੌਤ ਕੀ ਹੈ? ਜ਼ਮੀਰ ਦਾ ਮਰ ਜਾਣਾ, ਮਤਲਬ ਹੈ ਅਣਖ ਦਾ ਮਰ ਜਾਣਾ। ਜੇ ਬੰਦੇ ਦੀ ਅਣਖ ਹੀ ਨਾ ਰਹੀ, ਜੇ ਬੰਦੇ ਦੀ ਇੱਜ਼ਤ ਹੀ ਨਾ ਰਹੀ, ਜੇ ਬੰਦੇ ਦੀ ਗੈਰਤ ਹੀ ਨਾ ਰਹੀ, ਜੇ ਬੰਦੇ ਦੀ ਪੱਗ ਹੀ ਨਾ ਰਹੀ ਸਿਰ ਦੇ ਉੱਤੇ ਸਲਾਮਤ, ਇਹਦੇ ਤੋਂ ਭੈੜੀ ਮੌਤ ਦੁਨੀਆ ਵਿੱਚ ਹੋਰ ਕਿਹੜੀ ਹੋ ਸਕਦੀ। ਕਹਿੰਦੇ ਨਹੀਂ, ਪੁਰਾਣੇ ਟਾਈਮ ਦੇ ਵਿੱਚ ਜੇਕਰ ਕਿਸੇ ਮਨੁੱਖ ਨੂੰ ਮੌਤ ਤੋਂ ਵੀ ਵੱਡੀ ਸਜ਼ਾ ਦੇਣੀ ਹੁੰਦੀ ਸੀ ਨਾ, ਤੇ ਉਹਦੇ ਕੇਸ ਕਤਲ ਕਰ ਦਿੱਤੇ ਜਾਂਦੇ ਸੀ।
ਉਹਦਾ ਮਤਲਬ ਪਤਾ ਕੀ ਸੀ ਪੁਰਾਣੇ ਟਾਈਮ ਦੇ ਵਿੱਚ? ਵੀ ਇਸ ਬੰਦੇ ਨੂੰ ਮੌਤ ਤੋਂ ਵੀ ਵੱਡੀ ਸਜ਼ਾ ਮਿਲ ਗਈ ਹੈ, ਉਹ ਬੰਦਾ ਰੋਂਦਾ ਹੀ ਮਰ ਜਾਂਦਾ ਸੀ। ਇਹਦਾ ਮਤਲਬ ਹੈ ਕਿਸੇ ਇਨਸਾਨ ਦੀ ਅਣਖ ਮਰ ਜਾਣੀ, ਇੱਜ਼ਤ ਮਰ ਜਾਣੀ, ਗੈਰਤ ਮਰ ਜਾਣੀ, ਸਮਝ ਲਓ ਉਸ ਬੰਦੇ ਨੂੰ ਮੌਤ ਤੋਂ ਵੱਡੀ ਸਜ਼ਾ ਮਿਲ ਗਈ। ਤੇ ਉਹ ਕਿਆ ਕਰਦੇ ਸੀ? ਮੈਂ ਸਮਝਦਾ ਸਰੀਰ ਦਾ ਖਤਮ ਹੋ ਜਾਣਾ ਮੌਤ ਨਹੀਂ, ਜ਼ਮੀਰ ਦਾ ਮਰ ਜਾਣਾ ਸਭ ਤੋਂ ਵੱਡੀ ਮੌਤ ਹੁੰਦੀ ਹੈ। ਤੇ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲ ਇਦਾਂ ਦਾ ਕੋਈ ਆਗੂ ਨਹੀਂ। ਉਸ ਟਾਈਮ ਸੀ, ਵਾਹਿਗੁਰੂ ਨੇ ਆਪਣੇ ਕੋਲ ਉਹਨਾਂ ਨੂੰ ਬੁਲਾ ਲਿਆ, ਪਰ ਅੱਜ ਉਹਨਾਂ ਦੀਆਂ ਯਾਦਾਂ ਸਾਡੇ ਕੋਲ ਮੌਜੂਦ ਨੇ। ਦੇਖੋ ਜਿਨ੍ਹਾਂ ਲੋਕਾਂ ਦੀ ਅਣਖ ਗੈਰਤ ਸਲਾਮਤ ਹੁੰਦੀ ਹੈ ਨਾ, ਤਸਵੀਰਾਂ ਉਹਨਾਂ ਲੋਕਾਂ ਦੀਆਂ ਵਿਕਦੀਆਂ ਨੇ। ਮੈਂ ਥੋੜੇ ਦਿਨ ਪਹਿਲਾਂ ਗੱਲ ਪੜ੍ਹਿਆ ਸੀ ਕਿ ਕਿਸੇ ਨੇ ਸਵਾਲ ਕੀਤਾ, ਕਿਸੇ ਦੂਜੇ ਨੂੰ ਗੱਡੀ 'ਚ ਬੈਠੇ ਬੈਠੇ ਦਾ ਧਿਆਨ ਗਿਆ, ਤਸਵੀਰਾਂ ਵਿਕ ਰਹੀਆਂ ਸਨ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਜਾਂ ਹੋਰ ਉਹਨਾਂ ਦੇ ਜਿਹੜੇ ਸਾਥੀ ਸਨ ਜਾਂ ਜੱਗ ਦੀ ਜ਼ਮੀਰ ਵਾਲੇ ਜਿਹੜੇ ਲੋਕ ਸਨ, ਤੇ ਸਵਾਲ ਕੀਤਾ ਵੀ ਇਹਨਾਂ ਦੀਆਂ ਤਸਵੀਰਾਂ ਵਿਕ ਰਹੀਆਂ ਨੇ ਤੇ ਆਹ ਜਿਹੜੇ ਰਾਜਨੀਤਿਕ ਬੰਦੇ ਨੇ, ਇੰਨੇ ਪੈਸੇ ਵਾਲੇ, ਇਹਨਾਂ ਦੇ ਕੋਲ ਇੰਨੀ ਦੌਲਤ ਹੈ, ਇਹਨਾਂ ਦੀਆਂ ਤਸਵੀਰਾਂ ਕਿਉਂ ਨਹੀਂ ਵਿਕਦੀਆਂ? ਤੇ ਉਹਨੇ ਸਹਿਜ ਸੁਭਾਅ ਜਵਾਬ ਦਿੱਤਾ ਸੀ, ਭੋਲਿਆ ਏਦਾਂ ਇਹਨਾਂ ਦੀਆਂ ਤਸਵੀਰਾਂ ਨੂੰ 5-5 ਲੱਖ ਰੁਪਇਆ ਲਾ ਕੇ ਵਧੀਆ ਡੈਕੋਰੇਸ਼ਨ ਕਰਕੇ ਵੀ ਮਾਰਕੀਟ ਵਿੱਚ ਉਤਾਰ ਦਿੱਤਾ ਜਾਵੇ ਤੇ ਲੋਕ 5 ਰੁਪਈਆਂ ਦੀ ਨਹੀਂ ਖਰੀਦਣਗੇ। ਪਰ ਜਿਨ੍ਹਾਂ ਨੇ ਆਪਣੀ ਜ਼ਮੀਰ ਪਾਲੀ ਹੈ, ਜਿਨ੍ਹਾਂ ਨੇ ਆਪਣੀ ਅਣਖ ਰੱਖੀ ਹੈ, ਜਿਨ੍ਹਾਂ ਨੇ ਆਪਣਾ ਜੀਵਨ ਰੱਖਿਆ ਹੈ, ਜਿਨ੍ਹਾਂ ਨੇ ਆਪਣੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ, ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਵਾਸਤੇ ਕੁਰਬਾਨ ਕਰ ਦਿੱਤਾ, ਜਿਨ੍ਹਾਂ ਨੇ ਕਹਿ ਦਿੱਤਾ ਸੀ ਜਦੋਂ ਹਰਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਫੌਜ ਪੈਰ ਰੱਖੇਗੀ ਤੇ ਸਮਝ ਲਿਓ ਖਾਲਿਸਤਾਨ ਦੀ ਨੀਂਹ ਪੱਥਰ ਰੱਖਿਆ ਜਾਵੇਗਾ, ਉਹਨਾਂ ਦੀਆਂ ਜ਼ਮੀਰਾਂ ਸਲਾਮਤ ਸੀ, ਉਹਨਾਂ ਦੀ ਪੱਗ ਸਲਾਮਤ ਸੀ, ਉਹਨਾਂ ਦੀ ਅਣਖ ਸਲਾਮਤ ਸੀ, ਉਹਨਾਂ ਨੇ ਆਪਣੇ ਆਪ ਨੂੰ ਮਰਨ ਨਹੀਂ ਦਿੱਤਾ। ਇਸ ਕਰਕੇ ਜੇਕਰ ਉਹਨਾਂ ਦੀ ਫੋਟੋ 5 ਰੁਪਏ ਦੀ ਵੀ ਤਿਆਰ ਕਰਕੇ ਮਾਰਕੀਟ ਵਿੱਚ ਉਤਾਰੀ ਜਾਵੇ ਤੇ 500 ਰੁਪਏ ਦੀ ਵੀ ਖਰੀਦੀ ਜਾ ਸਕਦੀ ਹੈ, ਜਿਹੜੇ ਆਪਣਾ ਜੀਵਨ ਰੱਖਦੇ ਨੇ। ਮੈਂ ਵਿਚਾਰ ਕਰਿਆ ਸੀ, ਹਰਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਫੌਜ ਉਤਰੀ ਹੈ, ਉਸ ਫੌਜ ਨੇ ਨੰਨੇ ਨਿੱਕੇ ਜਿਹੜੇ ਸਿੱਖ ਬੱਚੇ ਸਨ, ਬੱਚਾ ਵੀ ਕਦੇ ਅੱਤਵਾਦੀ ਹੁੰਦਾ ਹੈ? ਇੱਕ ਛੋਟਾ ਜਿਹਾ ਬੱਚਾ ਜਿਹਨੂੰ ਬੰਦੂਕ ਫੜਨੀ ਨਹੀਂ ਆਉਂਦੀ, ਤਲਵਾਰ ਫੜਨੀ ਨਹੀਂ ਆਉਂਦੀ, ਕੁਝ ਬੋਲਣਾ ਨਹੀਂ ਆਉਂਦਾ, ਉਹ ਵੀ ਬੱਚਾ ਅੱਤਵਾਦੀ ਹੈ। ਦੁਨੀਆ ਦੇ ਵਿੱਚ ਤੁਹਾਨੂੰ ਕਿਤੇ ਇਦਾਂ ਦੀ ਸਰਕਾਰ ਨਹੀਂ ਮਿਲੇਗੀ ਜਿਹੜੇ ਨਿੱਕੇ ਬੱਚਿਆਂ ਨੂੰ ਅੱਤਵਾਦੀ ਗਰਦਾਨਦੀ ਹੈ। ਤੇ ਫੌਜ ਨੇ ਛੋਟੇ ਬੱਚਿਆਂ ਨੂੰ ਉਹਨਾਂ ਦੀਆਂ ਲੱਤਾਂ ਤੋਂ ਫੜ ਕੇ ਕੰਧਾਂ ਦੇ ਨਾਲ ਮਾਰ ਕੇ ਉਹਨਾਂ ਦੇ ਸਿਰ ਫੇਰ ਦਿੱਤੇ ਸੀ ਤੇ ਇਹ ਕਹਿੰਦੇ ਸੀ ਇਹ ਸਿੱਖੜੇ ਦਾ ਬੱਚਾ ਹੈ, ਇਹ ਸਿੱਖੜੇ ਦਾ ਬੱਚਾ ਹੈ, ਸਿੱਖ ਅੱਤਵਾਦੀ ਹੈ ਤੇ ਇਹ ਵੀ ਅੱਤਵਾਦੀ। ਅੱਤਵਾਦੀ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਆਪਣਾ ਹੱਕ ਮੰਗਦਾ ਹੈ ਉਹਨੂੰ ਕਹਿੰਦੇ ਨੇ ਅੱਤਵਾਦੀ। ਵੱਖਵਾਦੀ ਦਾ ਮਤਲਬ ਹਿੰਦੁਸਤਾਨ ਤੇ ਕਿਹੜਾ ਹੈ? ਜਿਹੜਾ ਆਪਣੀ ਸੋਚ ਨੂੰ ਦੂਜੇ ਦੀ ਸੋਚ ਮੁਤਾਬਕ ਨਾ ਢਾਲੇ। ਅਸੀਂ ਕਹਿੰਦੇ ਵੀ ਸਾਡੀ ਸੋਚ ਵੱਖ ਹੈ ਬਈ, ਸਾਡਾ ਧਰਮ ਵੱਖ ਹੈ, ਸਾਡੀ ਕੌਮ ਵੱਖ ਹੈ, ਸਾਡੇ ਨਿਸ਼ਾਨ ਵੱਖ ਨੇ, ਸਾਡੀ ਮਰਿਆਦਾ ਵੱਖ ਹੈ, ਸਾਡੇ ਸਿਧਾਂਤ ਵੱਖ ਨੇ, ਸਾਡੇ ਵਿਚਾਰ ਵੱਖ ਨੇ, ਸਾਡਾ ਧਰਮ ਵੱਖ ਹੈ, ਅਸੀਂ ਤੁਹਾਡੇ ਵਰਗੇ ਨਹੀਂ ਆ, ਬਸ ਇੰਨੀ ਕੁ ਗੱਲ ਹੈ। ਉਹ ਕਹਿੰਦੇ ਨੇ ਇਹ ਵੱਖਵਾਦੀ ਹੈ। ਤੇ ਜਦੋਂ ਕੋਈ ਬੰਦਾ ਆਪਣਾ ਹੱਕ ਮੰਗਦਾ ਹੈ, ਜਿਹੜਾ ਕਿ ਉਹਦਾ ਹੱਕ ਬਣਦਾ ਹੈ, ਉਸ ਹੱਕ ਨੂੰ ਦੇਣ ਦੀ ਬਜਾਏ ਦੂਜਾ ਕਹਿ ਦੇਵੇ ਵੀ ਇਹ ਅੱਤਵਾਦੀ ਹੈ ਤੇ ਇਹ ਤਾਂ ਉਹਨਾਂ ਦਾ ਕਸੂਰ ਹੋ ਗਿਆ, ਸਾਡਾ ਥੋੜੀ ਹੈ। ਖੈਰ ਇਹ ਇੱਕ ਵੱਖਰਾ ਵਿਸ਼ਾ। ਗੁਰਮਤ ਨੇ ਸਮਝਾਇਆ ਸੰਸਾਰ ਨਾਲ ਪਿਆਰ ਕਰਨਾ, ਦੁਨੀਆ ਨਾਲ ਪਿਆਰ ਕਰਨਾ, ਤੇ ਗੁਰਮਤ ਨੇ ਪਿਆਰ ਸਿਖਾਇਆ ਵੀ। ਤੁਸੀਂ ਕਿਤੇ ਹਿਸਟਰੀ ਪੜ੍ਹ ਕੇ ਵੇਖੋ, ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਇੱਕ ਪੰਡਤ ਆਉਂਦਾ ਹੈ ਤੇ ਆ ਕੇ ਬੇਨਤੀ ਕਰਦਾ ਤੇ ਸਿੰਘ ਲੰਗਰ ਛਕ ਰਹੇ ਹੁੰਦੇ ਨੇ। ਸਿੰਘ ਲੰਗਰ ਛਕ ਰਹੇ ਨੇ, ਆ ਕੇ ਬੇਨਤੀ ਕਰਦਾ ਹੈ। ਉਹ ਕਹਿੰਦਾ ਹੈ ਸਿੰਘੋ ਮੈਨੂੰ ਤੁਹਾਡੇ ਘਰ ਤੋਂ ਇਲਾਵਾ ਕੋਈ ਦੂਜਾ ਹੋਰ ਘਰ ਨਹੀਂ ਦਿਸਿਆ ਜਿੱਥੇ ਮੈਂ ਜਾ ਕੇ ਬੇਨਤੀ ਕਰ ਸਕਾਂ। ਮੇਰੀ ਘਰਵਾਲੀ ਨੂੰ ਚੁੱਕ ਕੇ ਲੈ ਗਿਆ ਕੋਈ ਤੇ ਮੇਰੀ ਘਰਵਾਲੀ ਨੂੰ ਬਚਾਓ। ਸਿੱਖ ਆਪਣਾ ਪ੍ਰਸ਼ਾਦਾ ਵਿੱਚੇ ਛੱਡ ਕੇ ਉਹਦੀ ਘਰਵਾਲੀ ਨੂੰ ਬਚਾਉਣ ਜਾਂਦੇ ਨੇ। ਕਸੂਰ ਫਤਿਹ ਹੁੰਦਾ ਹੈ ਉੱਥੇ, ਜਿਹੜਾ ਕਸੂਰ ਸ਼ਹਿਰ ਇਲਾਕਾ ਜਿਹੜਾ ਇਸ ਟਾਈਮ ਪਾਕਿਸਤਾਨ ਵਿੱਚ ਰਹਿ ਗਿਆ, ਉਸ ਇਲਾਕੇ ਦਾ ਜਿਹੜਾ ਕੋਈ ਜ਼ਾਲਮ ਨਵਾਬ ਸੀ ਉਸ ਨੂੰ ਸੋਧਾ ਲਾ ਕੇ ਕਸੂਰ ਨੂੰ ਫਤਿਹ ਕਰਕੇ ਬ੍ਰਾਹਮਣ ਦੀ ਬ੍ਰਾਹਮਣੀ ਛਡਾ ਕੇ ਉਹਦੇ ਘਰ ਵਿੱਚ ਛੱਡ ਕੇ ਆਉਂਦੇ ਨੇ। ਸਿੱਖ ਪਿਆਰ ਕਰਨਾ ਸਿਖਾਉਂਦਾ, ਨਫ਼ਰਤ ਕਰਨੀ ਨਹੀਂ। ਮੈਂ ਜਦੋਂ ਬੇਨਤੀ ਕਰਨ ਲੱਗਾ, ਛੋਟੇ ਬੱਚਿਆਂ ਨੂੰ ਹਿੰਦੁਸਤਾਨ ਦੀ ਫੌਜ ਇਹ ਕਹਿ ਕੇ ਕੋਹ ਕੇ ਮਾਰਦੀ ਰਹੀ ਵੀ ਇਹ ਅੱਤਵਾਦੀ ਹੈ, ਸਿੱਖਾਂ ਦੇ ਬੱਚੇ ਨੇ, ਇਹ ਮਾਰ ਦਿਓ। ਪਰਸਾਂ ਲਾ ਕੇ ਸਿੱਖਾਂ ਦੇ ਸਰੀਰ ਸਾੜ ਦਿੱਤੇ ਜਾਂਦੇ ਰਹੇ, ਸਿੱਖਾਂ ਦੇ ਸਿਰਾਂ ਵਿੱਚ ਸਰੀਏ ਠੋਕ ਦਿੱਤੇ ਜਾਂਦੇ ਰਹੇ, ਜਿਉਂਦਿਆਂ ਜੀ ਅੱਗਾਂ ਲਾ ਕੇ ਸਾੜ ਦਿੱਤਾ ਜਾਂਦਾ ਰਿਹਾ। 1984 ਵਿੱਚ ਹੋਇਆ ਤੇ ਜਦੋਂ ਕੋਈ ਸਿੱਖ ਕਹਿੰਦੇ ਸਾੜਿਆ ਹੁੰਦਾ ਸੀ ਨਾ, ਤੇ ਉਹ ਕਹਿੰਦੇ ਸੀ ਸਿੱਖੜੇ ਦਾ ਭਾਂਗੜਾ ਦੇਖੋ, ਉਹਨਾਂ ਦੀ ਸ਼ਬਦਾਵਲੀ ਸੀ ਭਾਂਗੜਾ। ਇਹ ਸਿੱਖੜੇ ਦਾ ਭਾਂਗੜਾ ਦੇਖੋ, ਉਹ ਸਾੜਿਆ ਹੁੰਦਾ ਸੀ ਤੇ ਕਹਿੰਦੇ ਸੀ ਇਹ ਭੰਗੜਾ ਪਾ ਰਿਹਾ ਹੈ, ਸਿੱਖ ਭੰਗੜਾ ਪਾ ਰਿਹਾ ਹੈ।
ਬਾਪੂ ਨੇ ਸਾਨੂੰ ਇਹ ਨਹੀਂ ਸਿਖਾਇਆ, ਇਦਾਂ ਦੀ ਨਫ਼ਰਤ ਨਹੀਂ ਬਾਪੂ ਨੇ ਸਿਖਾਈ ਸਾਨੂੰ। ਸਾਡੇ ਗੁਰੂ ਨੇ ਕਿਹਾ ਪਿਆਰ ਕਰਨਾ ਹੈ, ਨਫ਼ਰਤ ਨਹੀਂ ਕਰਨੀ, ਪਿਆਰ ਵੰਡਣਾ ਹੈ, ਨਫ਼ਰਤ ਨਹੀਂ ਵੰਡਣੀ। ਦੁਨੀਆ ਵਿੱਚ ਜਿਹੜਾ ਬੰਦਾ ਵਾਹਿਗੁਰੂ ਦਾ ਉਪਾਸ਼ਕ ਹੈ, ਵਾਹਿਗੁਰੂ ਨੂੰ ਆਪਣੇ ਅੰਦਰੋਂ ਦੇਖਦਾ ਹੈ, ਦੁਨੀਆ ਵਿੱਚੋਂ ਵੇਖਦਾ ਹੈ, ਇਹ ਚੇਤੇ ਰੱਖਿਓ, ਉਹ ਇਨਸਾਨ ਕਦੇ ਵੀ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਕਦੇ ਕਿਸੇ ਉੱਤੇ ਜ਼ੁਲਮ ਨਹੀਂ ਕਰੇਗਾ, ਕਦੇ ਕਿਸੇ ਉੱਤੇ ਪਾਪ ਨਹੀਂ ਢਾਵੇਗਾ। ਸਤਿਗੁਰੂ ਜੀ ਦੀ ਪਾਵਨ ਸਿੱਖਿਆ ਸਾਡੇ ਸਨਮੁਖ ਰੱਖਦੇ ਨੇ। ਅੱਜ ਪਿੱਛੇ ਨੌਜਵਾਨ ਬੈਠੇ, ਮੈਨੂੰ ਬੇਨਤੀ ਕਰਾਂ ਮੋਬਾਈਲ ਉਹਨਾਂ ਕੋਲ ਬੰਦ ਕਰ ਦਿਓ ਜਾਂ ਬਾਹਰ ਚਲੇ ਜਾਣ। ਬਾਪੂ ਨੇ ਕਿਹਾ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲੇ। ਉਹਦੀ ਜਿਹੜੀ ਪਹਿਲੀ ਪੰਕਤੀ ਤੁਹਾਡੇ ਮੈਂ ਸਨਮੁਖ ਰੱਖੀ, ਕਹਿੰਦੇ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੇ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਆਓ ਪਰਸੀਏ, ਸਾਡੇ ਪਾਪ ਦੂਰ ਹੋ ਜਾਣਗੇ, ਸਾਡੇ ਕੁਕਰਮ ਦੂਰ ਹੋ ਜਾਣਗੇ, ਸਾਡੇ ਵਿਚਾਰ ਸਾਫ਼ ਸੁਥਰੇ ਹੋਣਗੇ, ਸਾਡੇ ਵਿਚਾਰਾਂ 'ਚ ਗੰਦਗੀ ਜਿਹੜੀ ਆ ਖਤਮ ਹੋਵੇਗੀ, ਸਾਡਾ ਜੀਵਨ ਕਹਿੰਦੇ ਸਾਫ਼ ਸੁਥਰਾ ਹੋਵੇਗਾ, ਅਸੀਂ ਅਣਖ ਵਾਲੇ, ਇੱਜ਼ਤ ਵਾਲੇ, ਗੈਰਤ ਵਾਲੇ ਬਣਾਂਗੇ। ਆਓ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਪਰਸੀ। ਫਿਰ ਦੂਜੀ ਪੰਕਤੀ ਉਹਨਾਂ ਨੇ ਕਹੀ, ਕਹਿੰਦੇ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੇ। ਕਹਿੰਦੇ ਆਓ ਉਸ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਘੁੱਟ ਕੇ ਫੜੀਏ, ਜਿਸ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਬਰਕਤ ਨੂੰ ਵੱਡੇ ਵੱਡੇ ਜੋਗੀ, ਵੱਡੇ ਵੱਡੇ ਸਾਧੂ, ਵੱਡੇ ਵੱਡੇ ਸਿੱਧ, ਵੱਡੇ ਵੱਡੇ ਨਾਥ ਤਰਸਦੇ ਨੇ ਵੀ ਕਿਤੇ ਇਹੋ ਜਿਹਾ ਜੀਵਨ ਸਾਨੂੰ ਮਿਲੇ ਜਿੱਦਾਂ ਦਾ ਜੀਵਨ ਗੁਰੂ ਅਮਰਦਾਸ ਮਹਾਰਾਜ ਤੁਹਾਡਾ ਹੈ। ਕਿਤੇ ਇਦਾਂ ਦੀ ਸਿੱਖਿਆ ਸਾਨੂੰ ਮਿਲੇ ਜਿੱਦਾਂ ਦੀ ਤੁਹਾਨੂੰ ਤੁਹਾਡੇ ਗੁਰੂ ਨੇ ਦਿੱਤੀ। ਕਿਤੇ ਇਦਾਂ ਦੀਆਂ ਵਿਚਾਰਾਂ ਸਾਡੀਆਂ ਬਣ ਜਾਣ ਜਿੱਦਾਂ ਦੀਆਂ ਗੁਰੂ ਅਮਰਦਾਸ ਮਹਾਰਾਜ ਤੁਹਾਡੀਆਂ। ਮੈਂ ਅੱਜ ਦੇ ਟਾਈਮ ਦੀ ਗੱਲ ਕਰਾਂ, ਇੰਡੀਆ ਚਾਹੇ ਅਮਰੀਕਾ, ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਿੱਥੇ ਵੀ ਅਸੀਂ ਗਏ ਆ, ਸਾਡੇ ਕਰਮਕਾਂਡ ਨਾਲ ਗਏ ਨੇ, ਕਿਉਂਕਿ ਸਾਡੇ ਸਰੀਰ ਆ ਗਏ ਨੇ ਦੂਜੀਆਂ ਕੰਟਰੀਆਂ 'ਚ, ਪਰ ਬਹੁਤਾਂਤ ਸਾਡੀਆਂ ਵਿਚਾਰਾਂ ਸਾਡੇ ਨਾਲ ਉੱਥੋਂ ਦੀਆਂ ਆ ਗਈਆਂ, ਸਾਡੇ ਵਹਿਮ ਸਾਡੇ ਨਾਲ ਉੱਥੋਂ ਦੇ ਆ ਗਏ। ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਦੇਖੋ ਇੱਥੇ ਬਾਬਾ ਜਾਲਪ ਜੀ ਕਹਿ ਰਹੇ ਨੇ, ਭੱਟ ਜਾਲਪ ਜਿਹੜੇ ਹਿੰਦੂ ਧਰਮ ਦੇ ਨੇ, ਲੇਕਿਨ ਉਹਨਾਂ ਨੇ ਜਦੋਂ ਗੁਰੂ ਸਾਹਿਬ ਨੂੰ ਦੇਖਿਆ, ਪਿਆਰ ਦੇਖਿਆ, ਗੁਰੂ ਸਾਹਿਬ ਦਾ ਸਿੱਖਿਆਵਾਂ ਪੜ੍ਹੀਆਂ ਗੁਰੂ ਸਾਹਿਬ ਦੀਆਂ ਤੇ ਆਸ਼ਕ ਹੋ ਗਏ। ਉਹ ਕਹਿੰਦੇ ਆਓ ਰਲ ਕੇ ਅਰਦਾਸ ਕਰੀਏ ਕਿ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਗੁਰੂ ਨੇ ਜਿਹੜੀ ਸਿੱਖਿਆ ਦਿੱਤੀ, ਤੁਹਾਡਾ ਜਿਹੜਾ ਜੀਵਨ ਬਣਿਆ, ਕਿਤੇ ਸਾਡਾ ਵੀ ਤੁਹਾਡੇ ਵਰਗਾ ਜੀਵਨ ਬਣ ਜਾਵੇ। ਵੱਡੇ ਵੱਡੇ ਸਾਧੂ, ਜੋਗੀ, ਸਿੱਧ, ਨਾਥ, ਸਾਧਕ ਕਹਿੰਦੇ ਤਰਸਦੇ ਨੇ ਤੁਹਾਡੇ ਚਰਨਾਂ ਨੂੰ। ਤੇ ਗੁਰੂ ਦਾ ਹੋਵੇ ਸਿੱਖ ਤੇ ਕਿਸੇ ਜਟਾਂ ਵਾਲੇ ਦੇ ਸਾਹਮਣੇ ਜਾ ਕੇ ਮੱਥਾ ਟੇਕੇ ਤੇ ਫਿਰ ਕਹਿਣਾ ਪਵੇਗਾ ਵੀ ਲੱਖ ਲਾਹਨਤ ਹੈ। ਗੁਰੂ ਦਾਤਾ ਹੋਵੇ ਸਿੱਖ, ਕਿਸੇ ਜੋਗੀ ਦੇ ਕੋਲ ਜਾ ਕੇ ਇਹ ਕਵੇ ਵੀ ਮੈਨੂੰ ਕੋਈ ਗਿੱਦੜ ਸਿੰਘੀ ਦੇ ਦੇ। ਆ ਪੰਜਾਬ ਦੇ ਪਿੰਡਾਂ ਦੇ ਵਿੱਚ ਬੜੇ ਜੋਗੀ ਤੁਰੇ ਫਿਰਦੇ ਹੁੰਦੇ ਨੇ, ਬਹੁਤ ਵੱਡੀ ਤਾਦਾਦ ਦੇ ਵਿੱਚ ਅੱਜ ਵੀ ਤੁਰੇ ਫਿਰਦੇ ਨੇ। ਉਹਨਾਂ ਨੇ ਇੱਕ ਨਿੱਕੀ ਜੀ ਡੱਬੀ 'ਚ ਰੱਖੀ ਹੁੰਦੀ ਹੈ ਸ਼ਟੀਲ ਦੀ, ਉਹਦੇ 'ਚ ਸੰਧੂਰ ਪਾਇਆ ਹੁੰਦਾ ਹੈ, ਉਹਦੇ 'ਚ ਇੱਕ ਗਿੱਦੜ ਸਿੰਘੀ ਨਾਮ ਦੀ ਕੋਈ ਚੀਜ਼ ਪਾਈ ਹੁੰਦੀ, ਪਤਾ ਨਹੀਂ ਉਹ ਕੀ ਬੁਲਾਇਆ ਗਿੱਦੜ ਸਿੰਘੀ। ਤੇ ਉਹ ਜਿਹੜੀ ਗਿੱਦੜ ਸਿੰਘੀ ਉਹਦੇ ਵਿੱਚ ਰੱਖੀ ਹੁੰਦੀ ਹੈ, ਉਹਦਾ ਕਾਰਨਾਮਾ ਬੜਾ ਵੱਡਾ ਦੱਸਦੇ ਨੇ। ਆਮ ਕਰਕੇ ਉਹ ਕਹਿ ਦੇਣਗੇ, ਕਿਉਂਕਿ ਕਈ ਵਾਰ ਘਟਨਾਵਾਂ ਇਦਾਂ ਦੀਆਂ ਘਟਦੀਆਂ ਨੇ, ਉਹ ਕਹਿ ਦੇਣਗੇ ਜੀ ਦੇਖੋ ਜੀ, ਜੇ ਤੁਹਾਡਾ ਮੁੰਡਾ ਬਾਹਰ ਨਹੀਂ ਗਿਆ, ਜੇ ਤੁਹਾਡੀ ਲੜਕੀ ਦਾ ਵਿਆਹ ਕਿਸੇ ਚੰਗੇ ਘਰ ਵਿੱਚ ਨਹੀਂ ਹੋ ਰਿਹਾ, ਜੇ ਮੰਨ ਲਓ ਤੁਹਾਡੇ ਘਰ ਵਿੱਚ ਸੁੱਖ ਨਹੀਂ ਹੈ, ਜੇ ਮੰਨ ਲਓ ਤੁਹਾਡੇ ਘਰ 'ਚ ਪੈਸਾ ਘੱਟ ਹੈ, ਜੇ ਘਰ ਵਿੱਚ ਕੋਈ ਪ੍ਰੋਬਲਮਾਂ ਨੇ, ਤੇ ਇਦਾਂ ਕਰ, ਇੱਕ ਲਿਆ 500 ਰੁਪਈਆ, ਇੱਕ ਲਿਆ ਵਧੀਆ ਜਿਹਾ ਸੂਟ, ਤੇ ਮੈਂ ਤੈਨੂੰ ਇੱਕ ਇਦਾਂ ਦੀ ਚੀਜ਼ ਦੇਣਾ, ਹਰ ਵਕਤ ਡੱਬੀ ਆਪਣੀ ਜੇਬ 'ਚ ਰੱਖੀ, ਤੇਰਾ ਪਾਰ ਉਤਾਰਾ। ਤੇ ਪੁੱਛਣ ਵਾਲਾ ਪੁੱਛਦਾ ਬਈ ਹੈ ਕੀ ਹੈ, ਤੇ ਉਹ ਕਵੇਗਾ ਵੀ ਇਹ ਗਿੱਦੜ ਸਿੰਘੀ ਹੈ, ਇਹ ਗਿੱਦੜ ਸਿੰਘੀ ਹੋਵੇ ਤਾਂ ਸਿਆਣਾ ਕੋਈ, ਤੇ ਅੱਗੋਂ ਜੋਗੀ ਦਾ ਗਲ ਫੜ ਕੇ ਕਵੇ ਵੀ ਮੂਰਖਾ, ਜਿਹੜੀ ਗਿੱਦੜ ਸਿੰਘੀ ਤੂੰ ਮੈਨੂੰ ਦੇ ਰਿਹਾ, ਇਹ ਗਿੱਦੜ ਸਿੰਘੀ ਅੱਜ ਤੋਂ ਕਈ ਸਾਲ ਹੋ ਗਏ ਤੂੰ ਆਪਣੀ ਜੇਬ 'ਚ ਪਾਈ ਹੈ, ਇਹ ਗਿੱਦੜ ਸਿੰਘੀ ਅੱਜ ਤੱਕ ਤੇਰਾ ਪਾਰ ਉਤਾਰਾ ਨਹੀਂ ਕਰ ਸਕੀ, ਮੇਰਾ ਕੀ ਕਰੇਗਾ? ਤੂੰ ਘਰ ਘਰ 'ਚ ਮੰਗਦਾ ਫਿਰਦਾ ਹੈ, ਇਹ ਗਿੱਦੜ ਸਿੰਘੀ ਦੀ ਬਰਕਤ ਨਾਲ ਤੂੰ ਤਾਂ ਅਜੇ ਤੱਕ ਅਮੀਰ ਹੋਇਆ ਨਹੀਂ, ਇਹ ਗਿੱਦੜ ਸਿੰਘੀ ਸਾਨੂੰ ਕੀ ਅਮੀਰ ਕਰੇਗੀ? ਇਹ ਇਦਾਂ ਦੀਆਂ ਗਿੱਦੜ ਸਿੰਘੀਆਂ ਬਹੁਤ ਸਾਨੂੰ ਦਿੱਤੀਆਂ ਗਈਆਂ, ਬਹੁਤ ਵੰਡੀਆਂ ਗਈਆਂ, ਪਰ ਇਹਨਾਂ ਦੇ ਨਾਲ ਪਾਰ ਉਤਾਰਾ ਕੋਈ ਨਹੀਂ ਹੋਣਾ। ਕੋਈ ਜੋਤਸ਼ੀ ਸਾਡਾ ਹੱਥ ਵੇਖਣ ਵਾਲਾ, ਕਿਉਂਕਿ ਮੈਂ ਤਕਰੀਬਨ ਬੇਨਤੀ ਕਰਿਆ ਕਰਦਾ, ਜਿਹੜਾ ਹੱਥ ਲੋਕ ਦੇਖਦੇ ਨੇ ਵੀ ਤੁਹਾਡੇ ਹੱਥ ਦੀਆਂ ਲਕੀਰਾਂ ਵਿੱਚ ਤੁਹਾਡੇ ਕਰਮ ਲਿਖੇ ਨੇ, ਤੁਹਾਡੇ ਭਾਗ ਲਿਖੇ ਨੇ, ਕਦੇ ਧਿਆਨ ਮਾਰ ਕੇ ਵੇਖਿਓ, ਜਿਹੜੀਆਂ ਹੱਥ ਦੀਆਂ ਲਕੀਰਾਂ ਹੁੰਦੀਆਂ ਨੇ ਬਣਦੀਆਂ ਪਤਾ ਕਦੋਂ ਨੇ? ਜਦੋਂ ਅਸੀਂ ਜਨਮ ਨਹੀਂ ਲਿਆ ਹੁੰਦਾ, ਸੰਸਾਰ ਨਹੀਂ ਵੇਖਿਆ ਹੁੰਦਾ, ਅਸੀਂ ਮਾਂ ਦੇ ਪੇਟ 'ਚ ਹੁੰਦੇ ਆ, ਜਦੋਂ ਲੰਮਾ ਟਾਈਮ ਬੱਚਾ
ਜਨਮ ਲੈਣ ਤੋਂ ਪਹਿਲਾਂ ਸੁਰੱਖਿਅਤ ਰਹਿੰਦਾ ਹੈ ਮਾਂ ਦੇ ਗਰਭ ਦੇ ਵਿੱਚ, ਤੇ ਹੱਥ ਬੱਚੇ ਦਾ ਬੰਦ ਹੁੰਦਾ ਹੈ ਇਦਾਂ। ਤੇ ਜਿੱਥੇ ਜਿੱਥੇ ਹੱਥ ਬੰਦ ਹੁੰਦਾ ਹੈ, ਕੁਦਰਤੀ ਹੈ ਹੱਥ ਮਲੂਮ ਬਹੁਤ ਜ਼ਿਆਦਾ ਜਿਹੜਾ ਮਾਸ ਹੁੰਦਾ ਹੈ, ਪੋਲਾ ਹੁੰਦਾ ਹੈ, ਤੇ ਕੁਦਰਤੀ ਗੱਲ ਹੈ ਜਿੱਥੇ ਜਿੱਥੇ ਮੁੜਿਆ ਰਿਹਾ ਕਾਫੀ ਲੰਮਾ ਟਾਈਮ 8-9 ਮਹੀਨੇ ਮੁੜਿਆ ਰਿਹਾ ਹੱਥ, ਉੱਥੇ ਕੁਦਰਤੀ ਉਹ ਜਿਹੜੀਆਂ ਲਕੀਰਾਂ ਬਣ ਗਈਆਂ। ਤੁਸੀਂ ਧਿਆਨ ਮਾਰ ਕੇ ਵੇਖਿਓ, ਜਿੱਥੇ ਜਿੱਥੇ ਸਾਡਾ ਹੱਥ ਮੁੜਦਾ ਹੈ, ਜਿੱਥੋਂ ਜਿੱਥੋਂ ਮਾਸ ਮੁੜਦਾ ਹੈ, ਉੱਥੇ ਉੱਥੇ ਉਹ ਲਕੀਰਾਂ ਹੁੰਦੀਆਂ ਨੇ। ਇਹ ਲਕੀਰਾਂ ਕੇਵਲ ਇਸ ਕਰਕੇ ਬਣੀਆਂ ਨੇ ਕਿ ਸਾਡਾ ਮਾਸ ਉੱਥੇ ਮੁੜਦਾ ਹੈ, ਮਾਸ ਨੂੰ ਵੱਟ ਪੈਂਦੇ ਨੇ, ਤੇ ਜਿੱਥੇ ਮਾਸ ਨੂੰ ਵੱਟ ਪੈਣ ਉੱਥੇ ਬਣ ਗਈਆਂ ਲਕੀਰਾਂ। ਤੇ ਲਕੀਰਾਂ ਜਿਹੜੀਆਂ ਜੋਤਿਸ਼ ਦਾ ਕੋਈ ਕੇਂਦਰ ਨਹੀਂ ਹੈ ਵੀ ਤੁਹਾਡਾ ਕੋਈ ਹੱਥ ਵੇਖੇ ਤੇ ਕਵੇ ਵੀ ਤੁਹਾਡੇ ਹੱਥ ਦੀਆਂ ਲਕੀਰਾਂ ਇਹ ਵਿੰਗੀਆਂ, ਇਹ ਟੇਢੀਆਂ, ਇੱਧਰ ਜਿਹੜੀਆਂ ਜਾ ਰਹੀਆਂ, ਇਹਦੇ ਵਿੱਚ ਤੁਹਾਡੇ ਕਰਮ, ਤੁਹਾਡੇ ਭਾਗ, ਤੁਹਾਡੀ ਕਿਸਮਤ ਲਿਖੀ ਹੈ। ਨਹੀਂ, ਜਦੋਂ ਕੋਈ ਤੁਹਾਡਾ ਹੱਥ ਵੇਖਣ ਵਾਲਾ ਇਹ ਕਵੇ ਵੀ ਰੱਖ ਤੇ 5-10 ਰੁਪਏ ਤੇ ਮੈਂ ਤੇਰੀ ਕਿਸਮਤ ਵੇਖਾਂ, ਅੱਗੋਂ ਉਹਨੂੰ ਕਿਆ ਕਰ, ਸਗੋਂ ਉਹਨੂੰ ਕਹਿਣਾ ਚਾਹੀਦਾ ਹੈ ਵੀ ਭਾਈ ਤੂੰ ਆਪਣੀ ਕਿਸਮਤ ਪਹਿਲਾਂ ਦੇਖ, ਸਾਡੀ ਬਾਅਦ ਵਿੱਚ ਦੇਖੀ। ਕਿਸਮਤ ਜਾਣਨ ਵਾਲਾ ਤੂੰ ਅੱਜ ਤੱਕ ਸੜਕਾਂ ਦੇ ਕੰਢੇ ਤੇ ਬਹਿ ਕੇ 10 ਰੁਪਏ ਲੈ ਕੇ ਲੋਕਾਂ ਦੇ ਹੱਥ ਵੇਖ ਰਹੇ ਆ। ਇਸ ਜੋਤਿਸ਼ ਨੇ ਤੇਰਾ ਨਹੀਂ ਕੁਝ ਸਵਾਰਿਆ ਤੇ ਤੁਹਾਡਾ ਕੀ ਸਵਾਰਨਗੇ। ਪਰ ਬਦਕਿਸਮਤੀ ਸਾਡੀ ਬਹੁਤ ਵੱਡੀ ਗਿਣਤੀ ਇਹਨਾਂ ਲੋਕਾਂ ਦੇ ਪਿੱਛੇ ਲੱਗੀ ਹੋਈ ਹੈ ਜਿਹੜੇ ਕਿ ਅਜੇ ਤੱਕ ਵਾਪਸ ਨਹੀਂ ਮੁੜੇ। ਬਾਬਾ ਜੀ ਨੇ ਆਖਿਆ, ਕਹਿੰਦੇ ਬਾਬਾ ਜਲਪ ਜੀ ਨੇ ਕਹਿੰਦੇ ਗੁਰੂ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ, ਸਾਨੂੰ ਲੋੜ ਨਹੀਂ ਕਿਸੇ ਸਾਧੂ ਦੇ ਚਰਨਾਂ 'ਚ ਜਾਣ ਦੀ, ਕਿਸੇ ਜਟਾਂ ਵਾਲੇ ਦੇ ਚਰਨ ਪਰਸਨ ਦੀ, ਕਿਸੇ ਜੋਗੀ ਦੇ ਸਾਹਮਣੇ ਹੱਥ ਜੋੜ ਕੇ ਗਿੱਦੜ ਸਿੰਘੀਆਂ ਮੰਗਣ ਦੀ, ਕਿਸੇ ਭੂਤ ਕੱਢਣ ਵਾਲੇ ਬਾਬੇ ਦੇ ਸਾਹਮਣੇ ਜਾ ਕੇ ਹੱਥ ਜੋੜਨ ਦੀ ਨਹੀਂ, ਕਿਉਂਕਿ ਸਾਡਾ ਗੁਰੂ ਮਹਾਨ ਹੈ। ਸਾਡੇ ਗੁਰੂ ਦੇ ਕੋਲ ਸਭ ਕੁਝ ਹੈ। ਆਪਣੀ ਅਣਖ, ਆਪਣੀ ਇੱਜ਼ਤ, ਆਪਣੀ ਗੈਰਤ ਬਚਾ ਕੇ ਰੱਖੋ। ਤੀਜੀ ਪੰਕਤੀ 'ਚ ਉਹਨਾਂ ਨੇ ਕਿਹਾ, ਕਹਿੰਦੇ ਗੁਰ ਅਮਰਦਾਸ ਪਰਸੀਏ ਅਭਉ ਲੱਭੈ ਗਉ ਚੁੱਕੇ। ਕਹਿੰਦੇ ਆਓ ਭਾਈ ਸਾਰੇ ਜਾਣੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਪਕੜੀਏ। ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨੂੰ ਪਕੜਨ ਨਾਲ ਪਤਾ ਹੁੰਦਾ ਕੀ ਹੈ? ਅਭਉ ਲੱਭੈ। ਕਿਹੜਾ ਪਰਮਾਤਮਾ ਮਿਲ ਜਾਂਦਾ ਹੈ? ਜਿਹੜਾ ਨਿਰਭਉ ਹੈ, ਜਿਹਨੂੰ ਕਿਸੇ ਦਾ ਭੈ ਨਹੀਂ ਹੈ, ਜਿਹੜਾ ਕਿਸੇ ਤੋਂ ਡਰਦਾ ਨਹੀਂ, ਕਿਸੇ ਨੂੰ ਡਰਾਉਂਦਾ ਨਹੀਂ। ਤੇ ਜਿਨ੍ਹਾਂ ਇਨਸਾਨਾਂ ਦੇ ਹਿਰਦੇ ਵਿੱਚ ਆ ਨਿਰਭਉ ਵਾਹਿਗੁਰੂ ਵਸ ਗਿਆ ਨਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਭਉ ਉਹਨਾਂ ਦਾ ਦੂਰ ਹੋ ਗਿਆ ਜਿਨ੍ਹਾਂ ਦੇ ਹਿਰਦੇ 'ਚ ਨਿਰਭਉ ਵਾਹਿਗੁਰੂ ਵਸ ਗਿਆ। ਇਸ ਕਰਕੇ ਮੌਤ ਤੋਂ ਉਹ ਡਰਦੇ ਨਹੀਂ ਰਹੇ। ਉਹ ਕਹਿੰਦੇ ਨੇ ਕੋਈ ਨਹੀਂ, ਮੌਤ ਇੱਕ ਨਾ ਇੱਕ ਦਿਨ ਤੇ ਆਉਣੀ ਹੈ, ਕਿਉਂ ਨਾ ਅਣਖ ਨਾਲ ਮਰ ਜਾਈਏ, ਗੈਰਤ ਨਾਲ ਮਰੀਏ। ਰੋਜ਼ ਰੋਜ਼ ਦੇ ਮਰਨ ਨਾਲੋਂ ਚੰਗਾ ਪਤਾ ਕੀ ਹੈ? ਇੱਕ ਦਿਨ ਖਤਮ ਹੋ ਜਾਣਾ, ਮਰ ਜਾਣਾ। ਤੇ ਅਣਖ ਦੀ ਮੌਤ ਵਿਰਲਿਆਂ ਨੂੰ ਮਿਲਦੀ ਹੈ, ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਗੈਰਤ ਦੀ ਮੌਤ ਕਿਸੇ ਵਿਰਲੇ ਭਾਗਾਂ ਵਾਲੇ ਬੰਦੇ ਨੂੰ ਮਿਲਦੀ ਹੈ। ਨਹੀਂ ਤਾਂ ਲੋਕ ਤਾਂ ਰੋਜ਼ ਦੁਨੀਆ 'ਚ ਮਰਦੇ ਨੇ। ਸਿਆਣੇ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਪੈਸੇ ਨਾਲ ਅਣਖ ਨਹੀਂ ਮਿਲਦੀ, ਇੱਜ਼ਤ ਨਹੀਂ ਮਿਲਦੀ, ਗੈਰਤ ਨਹੀਂ ਮਿਲਦੀ। ਪੈਸਾ ਤਾਂ ਪੰਜਾਬ ਦੇ ਪ੍ਰਮੁੱਖ ਨੇਤਾਵਾਂ ਦੇ ਕੋਲ ਵੀ ਅੱਜ ਬਹੁਤ ਹੈ, ਪਰ ਇੱਜ਼ਤ ਜਿਹੜੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੈ ਉਹ ਉਹਨਾਂ ਦੇ ਕੋਲ ਥੋੜੀ ਹੈ। ਇੱਜ਼ਤ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਖੱਟ ਕੇ ਫਰਕਸ਼ੀਰ ਥੋੜੀ ਖੱਟ ਕੇ ਗਿਆ। ਇੱਜ਼ਤ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਲੈ ਕੇ ਚਲੇ ਗਏ ਉਹ ਜਹਾਂਗੀਰ ਨੂੰ ਨਹੀਂ ਮਿਲੀ। ਮਾਣ ਸਤਕਾਰ ਇੱਜ਼ਤ ਗੈਰਤ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦੇ ਬੱਚਿਆਂ ਨੇ ਲੈ ਲਈ ਉਹ ਔਰੰਗਜ਼ੇਬ ਪ੍ਰਾਪਤ ਨਹੀਂ ਕਰ ਸਕਿਆ। ਤੇ ਜਿਹੜੀ ਇੱਜ਼ਤ 1984 ਦੇ ਸ਼ਹੀਦ ਹੋਣ ਵਾਲੇ ਸਿੰਘਾਂ ਨੇ ਪ੍ਰਾਪਤ ਕਰ ਲਈ ਉਹ ਕਿਤੇ ਇੰਦਰਾ ਗਾਂਧੀ ਥੋੜੀ ਲੈ ਗਈ। ਜਿਨ੍ਹਾਂ ਨੇ ਆਪਣੀ ਅਣਖ, ਆਪਣੀ ਇੱਜ਼ਤ, ਆਪਣੀ ਗੈਰਤ ਨੂੰ ਸਲਾਮਤ ਰੱਖਿਆ, ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਕੋਈ ਨਹੀਂ, ਇਹ ਜਾਨ ਤੋਂ ਆਣੀ ਜਾਣੀ ਹੈ, ਇਸ ਜਾਨ ਕੀ तो कोई बात नहीं। ਜਿਸ ਧੱਜ ਸੇ ਕੋਈ, ਧੱਜ ਦਾ ਮਤਲਬ ਹੁੰਦਾ ਹੈ ਝੰਡਾ। ਮਕਤਲ ਮੇ ਗਿਆ ਉਹ ਸ਼ਾਨ ਸਲਾਮਤ ਰਹਿਤੀ ਹੈ। ਜਿਹੜਾ ਝੰਡਾ ਫੜ ਕੇ ਕੋਈ ਮਰ ਗਿਆ ਨਾ ਉਹ ਸ਼ਾਨ ਸਦਾ ਬੰਦੇ ਦੀ ਬਰਕਰਾਰ ਰਹਿੰਦੀ ਹੈ। ਮੌਤ ਤਾਂ ਇੱਕ ਨਾ ਇੱਕ ਦਿਨ ਆਉਣੀ, ਅਣਖ ਨਾਲ ਕਹਿੰਦੇ ਮਰਨਾ ਚਾਹੀਦਾ, ਗੈਰਤ ਨਾਲ ਮਰਨਾ ਚਾਹੀਦਾ। ਕਹਿੰਦੇ ਆਓ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਘੁੱਟ ਕੇ ਫੜ ਲਈਏ। ਕਹਿੰਦੇ ਹੋਵੇਗਾ ਕੀ? ਕਹਿੰਦੇ ਨਿਰਭਉ ਵਾਹਿਗੁਰੂ ਮਿਲੇਗਾ ਤੁਹਾਡੇ 'ਚ। ਜਦੋਂ ਵਸ ਗਿਆ ਤੁਸੀਂ ਡਰੋਗੇ ਨਹੀਂ ਕਿਸੇ ਤੋਂ, ਤੁਹਾਡਾ ਡਰ ਦੂਰ ਹੋ ਜਾਵੇਗਾ। ਅਣਖ ਨਾਲ ਜੀਓਗੇ, ਗੈਰਤ ਨਾਲ ਜੀਓਗੇ ਤੁਸੀਂ। ਅਖੀਰਲੀਆਂ ਪੰਕਤੀਆਂ ਤੋਂ ਪਹਿਲਾਂ ਇੱਕ ਪੰਕਤੀ ਆਈ, ਇੱਕ ਬਿਨ ਦੁਗਣ ਜੋ ਤੌਰ ਹੈ ਜਾਂ ਸਮੰਤਰ ਮਾਨਵੈ ਲਹੇ। ਇਹਦਾ ਮਤਲਬ ਹੈ ਕਿ ਜਿਹੜੀ ਦੁਬਿਧਾ ਪੈਦਾ ਹੁੰਦੀ ਨਾ ਜੀਵਨ 'ਚ, ਦੁਬਿਧਾ ਤੋਂ ਵੱਡਾ ਕੋਈ ਸਾਡਾ ਦੁਸ਼ਮਣ ਨਹੀਂ। ਦੁਰਜਨ ਦੂਜਾ ਭਾਉ ਹੈ, ਦੁਰਜਨ ਦੁਸ਼ਮਣ, ਦੂਜਾ ਭਾਉ ਦੁਬਿਧਾ। ਦੁਬਿਧਾ ਤੋਂ ਵੱਡਾ ਕੋਈ ਦੁਸ਼ਮਣੀ ਦੁਨੀਆ 'ਚ। ਆ ਧਰਮਾਂ ਦੇ ਵਿੱਚ ਦੁਬਿਧਾ ਪੈਦਾ ਹੋ ਗਈ ਨਾ,
ਜੇ ਬੰਦਾ ਇਹ ਕਹੇ ਮੇਰਾ ਧਰਮ ਵਧੀਆ, ਦੂਜੇ ਦਾ ਧਰਮ ਨਕਾਰਾ, ਸਮਝ ਲਓ ਦੁਬਦਾ ਵਿੱਚ ਹੈ ਬੰਦਾ। ਮੇਰਾ ਧਰਮ ਬਹੁਤ ਬੈਸਟ ਹੈ, ਦੂਜੇ ਦਾ ਧਰਮ ਕਿਸੇ ਕੰਮ ਜੋਗਾ ਨਹੀਂ। ਮੇਰੇ ਧਰਮ ਦੀ ਜੈ ਜੈਕਾਰ ਹੋਣੀ ਚਾਹੀਦੀ, ਦੂਜੇ ਦਾ ਧਰਮ ਨਹੀਂ ਰਹਿਣਾ ਚਾਹੀਦਾ। ਕਿਸੇ ਟਾਈਮ ਇਸਲਾਮ ਨੇ ਵੀ ਇਹ ਕੀਤਾ ਸੀ, ਪਰ ਬਹੁਤਾ ਲੰਮਾ ਟਾਈਮ ਚੱਲਿਆ ਨਹੀਂ। ਅੱਜ ਦੇ ਟਾਈਮ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਵੀ ਇਹੀ ਕੰਮ ਕਰ ਰਹੀ ਹੈ, ਪਰ ਬਹੁਤਾ ਟਾਈਮ, ਲੰਮਾ ਟਾਈਮ ਚੱਲਣਾ ਨਹੀਂ। ਜਦੋਂ ਉਹ ਸਾਨੂੰ ਕਹਿ ਰਹੇ ਨੇ ਇਹ ਸਿੱਖ ਹਿੰਦੂ ਨੇ, ਇਹਨਾਂ ਦੇ ਜਿਹੜੇ ਗੁਰੂ ਸਾਹਿਬਾਨ ਨੇ ਇਹ ਦੇਵੀ ਦੇਵਤਿਆਂ ਦੇ ਹੀ ਉਪਾਸ਼ਕ ਹੋਏ ਨੇ। ਇਹਨਾਂ ਦੀ ਪਾਵਨ ਬਾਣੀ 'ਚ ਲਿਖਿਆ ਗਿਆ ਰਾਮ ਨਾਮ ਸਾਡਾ ਰਾਮਚੰਦਰ ਹੈ। ਇਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸਾਡੀ ਸ਼ਾਨ, ਸਾਡੀ ਆਨ, ਸਾਡੀ ਬਾਣ, ਸਾਡੀ ਅਣਖ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਮੈਂ ਬੇਨਤੀ ਤੁਹਾਨੂੰ ਕਰਨ ਲੱਗਾ, ਜਦੋਂ ਵੀ ਕੋਈ ਬੰਦਾ ਇਹ ਕਹਿਣਾ ਸ਼ੁਰੂ ਕਰ ਦਵੇ ਵੀ ਮੇਰਾ ਧਰਮ ਦੁਨੀਆ 'ਚ ਰਹਿਣਾ ਚਾਹੀਦਾ, ਦੂਜਾ ਨਹੀਂ ਰਹਿਣਾ ਚਾਹੀਦਾ, ਸਮਝ ਲਿਓ ਉਹ ਆਪਣਾ ਦੁਸ਼ਮਣ ਖੁਦ ਬਣ ਗਿਆ। ਇਹ ਲੰਮਾ ਟਾਈਮ ਨਹੀਂ ਚੱਲਦਾ ਕੰਮ, ਪਿਆਰ ਲੰਮਾ ਟਾਈਮ ਚੱਲਦਾ ਹੈ। ਬਾਪੂ ਨੇ ਕੀ ਕਿਹਾ? ਕਹਿੰਦੇ ਦੁਰਜਨ ਦੂਜਾ ਭਾਉ ਹੈ, ਦੁਬਦਾ ਤੋਂ ਵੱਡਾ ਤੁਹਾਡਾ ਕੋਈ ਦੁਸ਼ਮਣ ਨਹੀਂ। ਤੁਹਾਡੇ ਘਰ 'ਚ ਦੁਬਦਾ ਆ ਗਈ ਨਾ, ਘਰ ਉਜਾੜ ਕੇ ਜਾਏਗੀ। ਪਰਿਵਾਰਾਂ ਵਿੱਚ ਦੁਬਦਾ ਵੜ ਗਈ, ਪਰਿਵਾਰ ਉਜਾੜ ਕੇ ਜਾਏਗੀ। ਤੇ ਜਿਨ੍ਹਾਂ ਪਰਿਵਾਰਾਂ ਵਿੱਚ ਏਕਾ ਹੁੰਦਾ ਹੈ ਉਹ ਪਰਿਵਾਰ ਸੁਖੀ ਰਹਿੰਦੇ ਨੇ। ਜਿਨ੍ਹਾਂ ਪਰਿਵਾਰਾਂ ਵਿੱਚ ਦੁਬਦਾ ਆ ਜਾਂਦੀ ਹੈ ਉਹ ਪਰਿਵਾਰ ਕਦੇ ਸੁਖੀ ਨਹੀਂ ਰਹਿੰਦੇ। ਮੈਂ ਬੇਨਤੀ ਕਰਾਂ, ਜਿਨ੍ਹਾਂ ਕੌਮਾਂ ਵਿੱਚ ਏਕਾ ਹੋਵੇ ਉਸ ਕੌਮ ਨੂੰ ਕਦੀ ਕੋਈ ਖਤਰਾ ਨਹੀਂ। ਤੇ ਜਿਹੜੀ ਕੌਮ ਧੜਿਆਂ 'ਚ ਵੰਡੀ ਜਾਵੇ, ਜਦੋਂ ਸਿੱਖ ਦੀ ਪੱਗ ਲਾ ਕੇ ਤੇ ਮੁੱਛ ਨੂੰ ਵੱਟ ਚੜਾ ਕੇ ਕਵੇ ਵੀ ਮੈਂ ਫਲਾਣੇ ਦੀ ਪੱਗ ਲਾ ਕੇ ਆਇਆ, ਸਮਝ ਲਓ ਆਪਣੇ ਪੈਰੀ ਆਪ ਕੁਹਾੜਾ ਮਾਰੇ। ਜਦੋਂ ਸਿੱਖ ਦੀ ਸ਼ਾਨ ਦਾ ਵੈਰੀ ਹੋ ਜਾਵੇ, ਭਰਾ ਦੀਆਂ ਬਾਹਾਂ ਕੱਟਣ ਤੇ ਆ ਜਾਵੇ, ਪੁੱਤਰ ਪਿਓ ਦੀ ਪੱਗ ਲਾਉਣ ਤੇ ਖੜਾ ਹੋ ਜਾਵੇ, ਸਮਝ ਲਓ ਆਪਣੇ ਪੈਰੀ ਆਪ ਕੁਹਾੜਾ ਮਾਰ ਲਿਆ ਤੇ ਆਪਣੇ ਘਰ ਨੂੰ ਸਮਝ ਲਓ ਆਪ ਅੱਗ ਲਾ ਲਈ। ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਨਮੋਸ਼ੀ ਪਤਾ ਕੀ ਹੋ ਰਹੀ ਹੈ? ਇੱਕ ਪਾਸੇ ਇੱਕ ਬਜ਼ੁਰਗ ਬਾਪੂ ਇਸ ਕਰਕੇ ਭੁੱਖ ਹੜਤਾਲ ਤੇ ਬੈਠਾ ਹੈ ਵੀ ਜਿਨ੍ਹਾਂ ਨੂੰ 20-25 ਸਾਲ ਤੁਸੀਂ ਜੇਲ੍ਹਾਂ ਵਿੱਚ ਕੈਦ ਕੀਤਾ, ਡੱਕਿਆ, ਉਹਨਾਂ ਵਿਚਾਰਿਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ, ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਦੇ? ਤੇ ਦੂਜੇ ਪਾਸੇ ਹੀ ਇੱਕ ਸਿੱਖਾਂ ਦੀ ਬਹੁਤ ਵੱਡੀ ਮੈਜੋਰਟੀ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਤੋਂ ਰੋਕਦੀ ਹੈ। ਤੁਸੀਂ ਗੁਰਦੁਆਰੇ ਨਹੀਂ ਆ ਸਕਦੇ, ਆ ਕੇ ਦਿਖਾਓ, ਤੁਹਾਡੀ ਲੱਤਾਂ ਭੰਨਾਂਗੇ। ਇਹ ਸਿਸਟਮ ਹੋ ਰਿਹਾ। ਇੱਕ ਪਾਸੇ ਇੱਕ ਧੜਾ ਇਹ ਕਹਿ ਰਿਹਾ ਵੀ ਉਹਨਾਂ ਨੂੰ ਛੱਡਣਾ ਚਾਹੀਦਾ ਸਿੱਖ ਨੇ, ਤੇ ਦੂਜੇ ਪਾਸੇ ਉਹ ਵੀ ਸਿੱਖ ਹੀ ਨੇ ਜਿਹੜਾ ਉਹਨਾਂ ਦਾ ਵਿਰੋਧ ਕਰ ਰਹੇ ਨੇ। ਆਪਸ ਵਿੱਚ ਲੜਾ ਕੇ ਮਾਰਿਆ ਜਾ ਰਿਹਾ। ਇਹ ਚਾਣਕੀਆ ਨੀਤੀ ਹੈ। ਤੁਹਾਡੇ 2 ਮਿੰਟ ਲੈਣੇ ਨੇ, ਮੈਂ 2 ਮਿੰਟਾਂ 'ਚ ਮੈਂ ਗੱਲ ਸੰਪੂਰਨ ਕਰਨੀ, ਕਿਉਂਕਿ ਆਹ ਦਿਨ ਸਾਰੇ ਉਹੀ ਚੱਲ ਰਹੇ ਨੇ। ਤੇ ਮੈਂ ਸਮਝਦਾ ਉਹ ਪ੍ਰਚਾਰਕ ਨਹੀਂ ਹੁੰਦਾ ਜਿਹੜਾ ਅਜੋਕੇ ਹਾਲਾਤ ਉੱਤੇ ਕੋਈ ਗੱਲ ਨਾ ਕਵੇ ਤੇ ਇੱਧਰ ਉੱਧਰ ਦੀਆਂ ਸਾਖੀਆਂ ਸੁਣਾ ਕੇ ਤੇ ਡਾਲਰ ਕਮਾ ਕੇ ਗਾਂਹ ਜਾਵੇ। ਅੱਜ ਦੇ ਹਾਲਾਤ ਉੱਤੇ ਵੀ ਗੱਲ ਕਰਨੀ ਚਾਹੀਦੀ ਹੈ। ਯੋਗ ਹੈ, ਜੇ ਨਾ ਕੀਤੀ, ਜੇ ਅੱਜ ਨਾ ਬੋਲੇ ਤੇ ਬੋਲੋਗੇ ਕਦੋਂ? ਹੁਣ ਬੋਲਣ ਵਾਸਤੇ ਕਿਹਦੀ ਪਰਮਿਸ਼ਨ ਤਾਂ ਆਪਾਂ ਲਿਖਤੀ ਲੈਣੀ ਨਹੀਂ, ਤੇ ਬੋਲਣਾ ਲਾਜ਼ਮੀ ਹੈ ਤਾਂ ਕਿ ਅਸੀਂ ਜਾਗਰੂਕ ਹੋ ਸਕੀਏ। ਭਾਵੇਂ ਅਸੀਂ ਅਮਰੀਕਾ ਬੈਠੇ ਹਾਂ, ਚਾਹੇ ਇੰਡੀਆ ਬੈਠੇ ਹਾਂ, ਜਾਂ ਕਿਤੇ ਬੈਠੇ ਹਾਂ, ਜਿੱਥੋਂ ਵੀ ਆਵਾਜ਼ ਦਓਗੇ ਤੁਹਾਡੀ ਆਵਾਜ਼ ਉਹਨਾਂ ਸਿੰਘਾਂ ਦੀ ਆਵਾਜ਼ ਨਾਲ ਜਾ ਕੇ ਰਲੇਗੀ। ਗੁਰੂ ਸਾਹਿਬ ਦੀ ਸਿੱਖਿਆਵਾਂ ਦੇ ਉਲਟ ਚੱਲਣ ਵਾਲਾ ਸਿੱਖ ਨਹੀਂ ਹੋ ਸਕਦਾ। ਤੇ ਜਿਹੜੇ ਢੰਗ ਨਾਲ ਸਾਨੂੰ ਮਾਰਿਆ ਜਾ ਰਿਹਾ ਉਹ ਚਾਣਕੀਆ ਨੀਤੀ। ਟੈਕਸਲਾ ਯੂਨੀਵਰਸਿਟੀ ਵਿੱਚ ਪੜ੍ਹਿਆ ਚਾਣਕੀਆ। ਉਹ ਚਾਣਕੀਆ ਜਿਹਦੇ ਬਾਰੇ ਸਰਦਾਰ ਕੁਲਬੀਰ ਸਿੰਘ ਕੌੜਾ ਨੇ ਆਪਣੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਉਹਦੇ 'ਚ ਜ਼ਿਕਰ ਕੀਤਾ। ਕਹਿੰਦੇ ਇੱਕ ਦਿਨ ਚਾਣਕੀਆ ਆਇਆ, ਉਹਦੀ ਜਿਹੜੀ ਧੋਤੀ ਸੀ ਨਾ ਇੱਕ ਝਾੜੀ ਨਾਲ ਅੜ ਗਈ। ਝਾੜੀ ਨਾਲ ਅੜ ਗਈ, ਧੋਤੀ ਉਹਦੀ ਪਾੜ ਗਈ। ਜਿਹੜੇ ਉਹਦੇ ਯਾਰ ਦੋਸਤ ਸੀ ਉਹਨਾਂ ਨੂੰ ਪਤਾ ਸੀ ਵੀ ਬੰਦਾ ਬੜਾ ਵੱਤਾ ਜਿਹਾ ਹੈ ਤੇ ਇਹਦੀ ਧੋਤੀ ਪਾੜ ਗਈ ਵੀ ਇਹ ਝਾੜੀ ਪਾੜ ਕੇ ਸੁੱਟੇਗਾ, ਝਾੜੀ ਖਤਮ ਕਰ ਦੇਗਾ। ਪਰ ਐਸਾ ਹੋਇਆ ਨਹੀਂ। ਉਹਨੇ ਆਪਣੀ ਹੌਲੀ ਜੀ ਨਾਲ ਧੋਤੀ ਉਤਾਰੀ ਲਾਈ ਤੇ ਘਰ ਚਲਾ ਗਿਆ। ਅਗਲੇ ਦਿਨ ਆਇਆ ਜਦੋਂ ਯੂਨੀਵਰਸਿਟੀ ਤੇ ਉਸ ਟਾਈਮ ਉਹਦੇ ਕੋਲ ਇੱਕ ਭਾਂਡਾ ਸੀ ਜਿਹਦੇ ਵਿੱਚ ਪਾਣੀ ਸੀ। ਉਹ ਪਾਣੀ ਲਿਆ ਕੇ ਉਸੇ ਝਾੜੀ ਦੇ ਆਸੇ-ਪਾਸੇ ਉਹਨੇ ਇੱਕ ਜਗ੍ਹਾ ਬਣਾਈ, ਕਿਆਰੀ ਬਣਾਈ, ਉਹਦੇ 'ਚ ਪਾਣੀ ਪਾਤਾ। 20-25 ਦਿਨ ਲਗਾਤਾਰ ਰੋਜ਼ ਪਾਣੀ ਪਾਉਂਦਾ ਰਿਹਾ। ਲੋਕ ਬੜੇ ਹੈਰਾਨ ਵੀ ਦਾ ਦਿਮਾਗ ਖਰਾਬ ਹੋ ਗਿਆ, ਇਸ ਝਾੜੀ ਨੇ ਇਹਦੀ ਧੋਤੀ ਪਾੜੀ ਸੀ, ਇਹ ਝਾੜੀ ਨੂੰ ਪਾਣੀ ਦੇ ਰਿਹਾ ਹੈ। ਕਹਿੰਦੇ ਫਿਰ ਇੱਕ ਦਿਨ ਜਦੋਂ 20-25 ਦਿਨ ਹੋ ਗਏ ਨਾ, ਧਿਆਨ ਨਾਲ ਸੁਣਿਓ ਕਿੱਥੇ ਜਾ ਕੇ ਢੁੱਕਦੀ ਗੱਲ। ਜਦੋਂ 20-25 ਦਿਨ ਹੋ ਗਏ, ਚਾਣਕੀਆ ਕਹਿੰਦੇ ਝਾੜੀ ਦੇ ਕੋਲ ਐ ਚੌਂਕੜੀ ਮਾਰ ਕੇ ਬਹਿ ਗਿਆ। ਬਾਹਾਂ ਪਿਓ ਦੇ ਪੁੱਤ ਨੇ ਉਤਾਂ ਟੰਗੀਆਂ ਤੇ ਝਾੜੀ ਦੇ ਜਿਹੜੀਆਂ ਮੋਢਾਂ ਸਨ, ਜੜ੍ਹਾਂ ਸਨ, ਉਹਨੂੰ ਦੋਨਾਂ ਹੱਥਾਂ ਦੇ ਨਾਲ ਹੱਥ ਪਾਇਆ, ਜ਼ੋਰ ਨਾਲ ਮਾਰਿਆ। ਇੱਕ ਲਾ ਜੜ੍ਹਾਂ ਤੋਂ ਪਟ ਕੇ ਉਹ ਮਾਰੀ। ਹੈਰਾਨ ਹੋ ਗਏ ਉਹਦੇ ਦੋਸਤ, ਕਹਿੰਦੇ ਆਹ ਕੀ ਗੱਲ, ਇਹ ਗੱਲ ਨਹੀਂ ਤੇਰੀ ਸਮਝੇ। ਉਹ ਕਹਿੰਦਾ ਜਿਹਨੂੰ ਪੁੱਟਣਾ ਹੋਵੇ ਪਹਿਲਾਂ ਉਹਦੀਆਂ ਜੜ੍ਹਾਂ 'ਚ ਪਾਣੀ ਦਿਓ ਤਾਂ ਕਿ ਉਹਦੀਆਂ ਜੜ੍ਹਾਂ ਪੋਲੀਆਂ ਹੋਣ। ਜਦੋਂ ਜੜ੍ਹਾਂ ਪੋਲੀਆਂ ਹੋ ਗਈਆਂ, ਇੱਕ ਝਟਕਾ ਮਾਰਿਆ ਤੇ ਟੁੱਟੀ ਜਾਣੀ। ਜੇ ਮੈਂ ਪਹਿਲੇ ਦਿਨ ਪੁੱਟਦਾ ਤੇ ਮੇਰੇ ਹੱਥ ਵੀ ਕੰਡਿਆਂ ਨਾਲ ਖਰਾਬ ਹੋ ਸਕਦੇ ਸੀ, ਜ਼ੋਰ ਮੇਰਾ ਬੜਾ ਲੱਗਣਾ ਸੀ।
ਪਰ ਮੈਂ ਪਹਿਲਾਂ ਪਾਣੀ ਦਿੱਤਾ, ਇਹਦੀਆਂ ਜੜ੍ਹਾਂ ਪੋਲੀਆਂ ਕਰਾਂ। ਪਰ 1 ਮਿੰਟ ਲੱਗਾ, ਪੁੱਟ ਗਿਆ ਉਹ ਮਾਰੀ, ਉਹ ਨਾਮ ਨਿਸ਼ਾਨ ਹੀ ਖਤਮ। ਸਾਨੂੰ ਇਸ ਢੰਗ ਨਾਲ ਖਤਮ ਕੀਤਾ ਜਾ ਰਿਹਾ, ਸਾਡੀਆਂ ਜੜ੍ਹਾਂ 'ਚ ਪਾਣੀ ਦਿੱਤਾ ਜਾ ਰਿਹਾ। ਕਰਮ ਕਾਂਡ ਸਾਡੇ ਵਿੱਚ ਪਾ ਦਿੱਤੇ ਗਏ ਨੇ, ਵਹਿਮ ਸਾਡੇ 'ਚ ਪਾ ਦਿੱਤੇ ਗਏ ਨੇ, ਜਿਹੜੇ ਗੁਰੂ ਘਰ ਦੇ ਵਿਰੁੱਧ ਗੱਲਾਂ ਨੇ ਉਹ ਸਾਡੇ ਜੀਵਨ ਵਿੱਚ ਪੈ ਗਈਆਂ ਨੇ, ਉਹਨਾਂ ਨੂੰ ਬਾਹਰ ਕੱਢੋ। ਇਹ ਦੁਬਤ ਹੈ। 1 ਬਿਨ ਦੁੱਗਣ ਜੋ ਤੌਰ ਹੈ, ਜਾਂ ਸਮੰਤਰ ਮਾਨਵੇ ਨਹੀਂ। ਕਹਿੰਦੇ ਇਹ ਸਾਰੀ ਦੁਬਦਾ ਖਤਮ ਹੋ ਸਕਦੀ ਹੈ ਜੇ ਅਸੀਂ ਗੁਰੂ ਦਾ ਉਪਦੇਸ਼ ਮੰਨ ਲਈਏ, ਇੱਕ ਵਾਹਿਗੁਰੂ ਨੂੰ ਪਹਿਚਾਨ ਲਈਏ, ਦੁਬਦਾ ਸਾਰੀ ਖਤਮ। ਤੇ ਅਖੀਰ ਚ ਉਹਨਾਂ ਨੇ ਕਿਹਾ, ਕਹਿੰਦੇ ਜਾਲਪਾ ਪਦਾਰਥ ਕਿਤੜੇ। ਕਹਿੰਦੇ ਜਿਹੜੀਆਂ ਸਾਰੀਆਂ ਬਖਸ਼ਿਸ਼ਾਂ ਮੈਂ ਗਿਣਤੀ ਰੂਪ ਦੇ ਵਿੱਚ ਤੁਹਾਡੇ ਸਨਮੁਖ ਰੱਖੀਆਂ ਨਾ, ਬਾਬਾ ਜਾਲਪੂ ਜੀ ਕਹਿੰਦੇ ਨੇ ਗੁਰ ਅਮਰਦਾਸ ਡਿਠੈ ਮਿਲੇ, ਇਹ ਸਾਰੀਆਂ ਮਿਲ ਜਾਣਗੀਆਂ। ਇੱਕ ਪੰਕਤੀ ਉਚਾਰਨ ਕਰਨੀ ਅਸੀਂ ਸਾਰੇ ਰਲ ਕੇ, ਫਿਰ ਨਾਲ ਹੀ ਸਮਾਪਤੀ ਹੈ। ਅਮਰਦਾਸ ਗੁਣ ਤੇਰੇ ਭੱਲੇ, ਅਮਰਦਾਸ ਗੁਣ ਤੇਰੇ, ਅਮਰਦਾਸ ਗੁਣ ਤੇਰੇ ਭੱਲੇ, ਅਮਰਦਾਸ ਗੁਣ ਤੇਰੇ, ਅਮਰਦਾਸ। ਸਾਰੇ ਗਾਓ, ਸਾਰੇ ਗਾਓ। ਸਿੰਪਲ ਜੀ ਪੰਕਤੀ ਹੈ, ਬੜੇ ਢੰਗ ਨਾਲ ਪਿਆਰ ਨਾਲ ਗਾਈ ਜਾ ਸਕਦੀ ਹੈ। ਇੱਕ ਵਾਰੀ ਉੱਚੀ ਆਵਾਜ਼ ਵਿੱਚ ਗਾ ਲਓ, ਮੈਨੂੰ ਵੀ ਲੱਗੇ ਵੀ ਤੁਸੀਂ ਕੁਝ ਸੁਣਿਆ ਹੈ, ਤੇ ਗੁਰੂ ਦੇ ਚਰਨਾਂ ਵਿੱਚ ਵੀ ਤੁਹਾਡੀ ਹਾਜ਼ਰੀ ਲੱਗੇ। ਜਿੰਨਾ ਰੌਲਾ ਅਸੀਂ ਹਾਲ ਤੋਂ ਬਾਹਰ ਜਾ ਕੇ ਪਾਉਂਦੇ ਆ, ਉਹ ਤੋਂ ਥੋੜਾ ਜਿਹਾ ਭਾਵੇਂ ਘੱਟ ਬੋਲਿਓ, ਪਰ ਇੱਕ ਵਾਰੀ ਰੱਜ ਕੇ ਗਾ ਲਓ। ਅਮਰਦਾਸ ਗੁਣ ਤੇਰੇ ਭੱਲੇ, ਅਮਰਦਾਸ ਗੁਣ ਤੇਰੇ, ਅਮਰਦਾਸ ਗੁਣ ਤੇਰੇ ਭੱਲੇ, ਅਮਰਦਾਸ ਗੁਣ ਤੇਰੇ, ਅਮਰਦਾਸ। ਵਾਹਿਗੁਰੂ। तेरी उपमा तोहे बन आवे, तेरी उपमा तोहे बन आवे, तेरी उपमा। तेरी उपमा तोहे बन आवे, भले अमरदास गुण तेरे, अमरदास गुण तेरे, भले अमरदास गुण तेरे, अमर। अमरदास गुण। ਤੁਹਾਡੀ ਹਾਜ਼ਰੀ ਗੁਰੂ ਦੇ ਚਰਨਾਂ ਵਿੱਚ ਲੱਗੇ, ਦਾਸ ਦੇ ਵਿਚਾਰਾਂ ਨੂੰ ਗੁਰੂ ਸਾਹਿਬਾਨ ਪ੍ਰਵਾਨ ਕਰਨ ਤੇ ਤੁਹਾਡੇ ਹਿਰਦਿਆਂ 'ਚ ਵਸਣ। ਭੁੱਲ ਚੁੱਕ ਦੀ ਖਿਮਾ, ਇਤਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਪਿਆਰ ਸਤਿਕਾਰ ਸ਼ਬਦਾਂ ਨਾਲ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ।